वाहिगुरु जी का खालसा वाहिगुरु जी की फतेह जी। वाहिगुरु जी की। मेरा नाम है डॉक्टर कृपाल सिंह and our program is Tips for Good Life, Sukhere Jeevan De Raas. This is by the courtesy of Voice of Manata TV and Meghra Singh. We're very grateful for it. Please note that the views expressed during this program are individual views. This is not the official policy of Voice of Manata. And we welcome our participants as well as audience. So again, sabnu Vaheguru Ji ka Khalsa, Vaheguru Ji ki Fateh. Ram Ram, Namaste, Salam, jo bhi toda pe shukr ho purban karna. This session is for talking about the life and legacy of Bhagat Ravdas Ji, or some people like to call it Guru Ravdas Ji, which is equally good. There has been a lot written of. I'm surprised to look at the number of books published about him at different parts of the country. But the 40 Shabas which are included in Guru Granth Sahib, that is really the actual philosophy of Nirgun philosophy of Bhagat Ravdas Ji. So much so ਕਿ ਇੱਕ ਥਾਂ ਸ਼ਬਦਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਤੇ ਆਇਓ ਇੱਕ ਰੰਗ ਨਾਮ ਦਿਓ ਵਸੈ ਹਰ ਸੰਗ ਰਵਿਦਾਸ ਤੇ ਆਇਓ ਪ੍ਰਭੂ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ। ਐਨੀ ਮੰਨ ਲਓ ਉਹਨਾਂ ਦੀ ਵਡਿਆਈ ਹੈ ਤੇ ਉਹਨਾਂ ਦੇ ਜੀਵਨ ਤੇ ਬਹੁਤ ਦੁਨੀਆ ਜਾਣਦੀ ਹੈ ਬਈ ਉਹਨਾਂ ਦੀ ਜਾਤ ਚਮਾਰ ਸੀਗੀ ਤੇ ਜੁੱਤੀਆਂ ਗੱਠਣ ਦਾ ਕੰਮ ਕਰਦੇ ਸੀਗੇ। ਪਰ ਜਦੋਂ ਤੁਸੀਂ ਉਹਦਾ ਗਿਆਨ ਦੇਖੋ ਉਹ ਇੰਨਾ ਗਿਆਨ ਲੈਵਲ ਦਾ ਇੰਨਾ ਉਹ ਇੱਕ ਸੀਗੇ ਕਿ ਬੜੀ ਹੈਰਾਨੀ ਹੁੰਦੀ ਹੈ ਜਦੋਂ ਉਹਨਾਂ ਸ਼ਬਦਾਂ ਨੂੰ ਵਿਚਾਰ ਕੀਤਾ ਜਾਵੇ। ਤੇ ਉਹਦੇ ਲਈ ਅਸੀਂ we are going to discuss. Even there is one book written by our participant Dr. Singh. ਉਹਨਾਂ ਤੋਂ ਅਸੀਂ ਸ਼ੁਰੂ ਕਰ। But before that I want to welcome Pushpinder Kaur ji, principal Vivekananda Academy, Amritsar. We are delighted that she is taking part with us, and we look forward to her views. How to improve our program, as well as learn from her wisdom for us as participants, as well as the audience. We'll start today with Dr. Indrajit Singh Basu. Dr. Saab gave us a brief Dr. Saab gave us a brief introduction about Bhagat Ravdas Ji. ਜੀ ਭਗਤੀ ਲਹਿਰ ਨਾਲ ਸੰਬੰਧਿਤ ਸਨ ਔਰ ਜਿਹੜੀ ਲਹਿਰ ਜਿਹੜੀ 8ਵੀਂ ਸਦੀ ਚ ਆਰੰਭ ਹੋਈ ਸੀ ਇਹ ਦੱਖਣੀ ਭਾਰਤ ਵਿੱਚ ਤੇ ਹੌਲੀ ਹੌਲੀ ਇੱਧਰ ਰਾਮਾਨੰਦ ਜੀ ਦੁਆਰਾ ਇੱਥੇ ਉੱਤਰੀ ਭਾਰਤ ਵਿੱਚ ਆ ਗਈ ਤੇ 13ਵੀਂ 14ਵੀਂ 15ਵੀਂ ਸਦੀ ਚ ਹਿੰਦ ਚ ਫੈਲ ਗਈ। ਇਹ ਜਿਹੜੀ ਭਗਤੀ ਲਹਿਰ ਹੈ ਜੀ ਇਹ ਸਮਾਜਿਕ ਗੁਲਾਮੀ ਬਹੁਤ ਜ਼ਿਆਦਾ ਸੀ। ਬ੍ਰਾਹਮਣਵਾਦ ਦਾ ਬੜਾ ਸ਼ਿਕੰਜਾ ਬੜਾ ਕੱਸਿਆ ਹੋਇਆ ਸੀ ਤੇ ਭਗਤਾਂ ਨੇ ਕੀ ਕੀਤਾ ਬਈ ਜਿਹੜੇ ਇਹ ਵੇਦ ਗ੍ਰੰਥ ਬ੍ਰਾਹਮਣਾਂ ਨੇ ਬਣਾਏ ਨੇ ਸ਼ੰਕਾ ਪੈਦਾ ਕਰਦੇ ਨੇ। ਜਿਵੇਂ ਗੁਰੂ ਰਵਿਦਾਸ ਜੀ ਨੇ ਵੀ ਲਿਖਿਆ ਕਰਮ ਕਰਮ ਵਿਚਾਰੀਏ ਸ਼ੰਕਾ ਸੁਨ ਵੇਦ ਪੁਰਾਣ। ਇਹ ਸ਼ੰਕਿਆਂ ਦਾ ਗੜ ਨੇ ਤੇ ਸੁੱਕਾ ਜਿਹਾ ਫਲਸਫਾ ਹੈ। ਕਿਸੇ ਨੂੰ ਕਹਿ ਦਈਏ ਵੀ ਤੂੰ ਤਾਂ ਹੈ ਹੀ ਨੀਵਾਂ, ਤੂੰ ਤਾਂ ਉੱਚਾ ਹੋ ਨਹੀਂ ਸਕਦਾ, ਕਿੰਨੀ ਬੇਰਸੀ ਗੱਲ ਹੈ। ਇਹ ਸੁੱਕੇ ਬ੍ਰਾਹਮਣਵਾਦ ਦੇ ਸੁੱਕੇ ਫਲਸਫੇ ਦੇ ਵਿਰੋਧ ਤੇ ਮੁਗਲਾਂ ਦਾ ਰਾਜ ਸੀ ਉਹਨਾਂ ਦੇ ਵਿਰੋਧ ਇਹਨਾਂ ਨੇ ਬੜਾ ਸੰਘਰਸ਼ ਕੀਤਾ। ਔਰ ਭਗਤ ਕਬੀਰ ਸਾਹਿਬ ਨੇ ਇੱਕ ਜਗ੍ਹਾ ਲਿਖਿਆ ਕਿ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ। ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨ ਲਿਆ। ਬਈ ਉਸ ਗ੍ਰੰਥ ਨੂੰ ਕੀ ਕਰਨਾ ਜਿਹੜਾ ਗ੍ਰੰਥ ਲੋਕਾਂ ਨੂੰ ਪਾੜਦਾ। ਅੰਬੇਦਕਰ ਸਨ ਨਾ ਉਹਨਾਂ ਨੇ ਮਨੂ ਸਮਿਰਤੀ ਨੂੰ ਦਬਾਉਣ ਲਈ ਇੱਕ ਦਿਨ ਰੱਖਿਆ ਸੀ। ਸਾਰੇ ਇਕੱਠੇ ਹੋ ਕੇ ਮਨੂ ਸਿਮਰਤੀ
ਜਿਹੜੀ ਚਾਰ ਜ਼ਾਤਾਂ 'ਚ ਵੰਡਦੀ ਹੈ ਉਹਨਾਂ ਨੂੰ ਦਬਾਇਆ ਗਿਆ ਸੀ। ਇਸ ਤਰ੍ਹਾਂ ਕਰਕੇ ਜਿਹੜੀ ਇਹ ਭਗਤੀ ਲੈ ਰਹੇ ਨੇ ਇਨਕੁਆਰੀ ਦੀ ਜਿਹੜੀ ਬਹੁਤ ਪ੍ਰਵਿਰਤੀ ਪੈਦਾ ਕੀਤੀ ਵੀ ਪੁਣ ਛਾਣ ਕਰੋ, ਐਵੇਂ ਹੀ ਨਾ ਧਰਮਾਂ ਨੂੰ ਮੰਨੀ ਜਾਓ। ਤੇ ਬ੍ਰਹਮੰਡੀ ਵਿਸ਼ਾਲ ਹੈ ਮਨੁੱਖ। ਉਹ ਕਹਿੰਦੇ ਸੀ, ਬ੍ਰਾਹਮਣ ਕਹਿੰਦੇ ਸੀ ਮਨੁੱਖ ਜਿਹੜੀ ਬੜੀ ਨਿਗੂਣੀ ਜਿਹੀ ਵਸਤੂ ਹੈ। ਤੇਰੇ ਭਗਤ ਕਹਿੰਦੇ ਸੀ ਜੋ ਬ੍ਰਹਮੰਡੇ ਸੋਈ ਪਿੰਡੇ। ਨਿਗੂਣਾ ਕਿੱਦਾਂ ਹੋ ਗਿਆ? ਭਗਤ ਪੀਪੇ ਨੇ ਫਰਮਾਇਆ ਜੋ ਬ੍ਰਹਮੰਡੇ ਸੋਈ ਪਿੰਡੇ। ਉਹ ਕਹਿੰਦੇ ਸੀ ਤੁਸੀਂ ਭਗਤੀ ਕਰ ਹੀ ਨਹੀਂ ਸਕਦੇ। ਭਗਤੀ ਤੁਹਾਨੂੰ ਸ਼ਡਿਊਲਡ ਕਾਸਟਾਂ ਨੂੰ ਪੁਨੀਤ ਨਹੀਂ ਕਰ ਸਕਦੀ। ਤੇ ਗੁਰੂ ਰਵਿਦਾਸ ਨੇ ਲਿਖਿਆ ਬ੍ਰਾਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਲ ਚੰਡਾਰ ਮਲੇਛ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ। ਉਹ ਬਈ ਭਗਤੀ ਨੇ ਪਵਿੱਤਰ ਕਰਨਾ ਜਿਹੜੀ ਮਰਜ਼ੀ ਜ਼ਾਤ ਹੋਵੇ। ਉਹ ਗੁਰੂ ਰਵਿਦਾਸ ਨੇ ਕਿਹਾ ਦੇਖੋ ਲੋਕੀ ਮੈਨੂੰ ਦਰਿੱਦਰ ਵੇਖ ਕੇ, ਮੇਰਾ ਜੀਵਨ ਵੇਖ ਕੇ, ਨੀਵੀਂ ਜਾਤ ਵੇਖ ਕੇ ਹੱਸਦੇ ਨੇ। ਉਹ ਕਹਿੰਦੇ ਬਈ ਆ ਕਿੱਥੋਂ ਆ ਗਿਆ ਸ਼ਡਿਊਲਡ ਕਾਸਟ? ਇਹ ਭਗਤੀ ਦਾ ਦਮ ਭਰਦਾ ਇਹ ਕਿੱਥੋਂ ਆ ਗਿਆ? ਉਹ ਗੁਰੂ ਰਵਿਦਾਸ ਨੇ ਲਿਖਿਆ ਬਾਣੀ ਚ ਦਾਰਦ ਦੇਖ ਸਭ ਕੋ ਹਸੇ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਤਲੇ ਸਭ ਕਿਰਪਾ ਤੁਮਾਰੀ। ਦੇਖੋ ਗੁਰੂ ਰਵਿਦਾਸ ਇੱਕ ਲਾਈਨ ਵਿੱਚ ਸਮਾਜਿਕ ਦ੍ਰਿਸ਼ਟੀਕੋਣ ਤੇ ਦੂਜਾ ਪ੍ਰਤੀਕਰਮ ਉਸੇ ਵੇਲੇ ਕਿ 18 ਸਿੱਧੀਆਂ 9 ਨਿਧੀਆਂ ਤੇ ਮੇਰੀ ਤਲੀ ਦੇ ਉੱਤੇ ਨੇ। ਇਸ ਤਰ੍ਹਾਂ ਜਿਹੜਾ ਬ੍ਰਾਹਮਣਵਾਦ ਦਾ ਪੱਥਰ ਹੈ ਨਾ, ਇਹ ਕਵੀ ਨੇ ਸੁਰਜਨ ਸਿੰਘ ਫਰਿਆਦੀ ਉਹ ਕਹਿੰਦੇ ਜਾਤ ਪਾਤ ਬੁਨਿਆਦੀ ਪੱਥਰ ਬ੍ਰਾਹਮਣਵਾਦ ਮਹਿਲ ਦਾ ਹੀਲੇ ਛੋੜ ਗਏ ਸੱਬਲ ਮੋੜ ਗਏ ਇਹ ਪੱਥਰ ਨਹੀਂ ਹਿਲਦਾ। ਇਹ ਐਸਾ ਪੱਥਰ ਹੈ ਬ੍ਰਾਹਮਣਵਾਦ ਦਾ, ਇਹਨੂੰ ਹਿਲਾਉਣ ਲਈ ਯਤਨ ਕੀਤਾ ਗਿਆ। ਦੇਖੋ ਜਿਹੜੀ ਗੁਰੂ ਰਵਿਦਾਸ ਦੀ ਬਾਣੀ ਹੈ ਉਹ ਸਾਨੂੰ ਇੱਕ ਪਾਸੇ ਸਾਡਾ ਲੋਅਰ ਸੈਲਫ ਦਿਖਾਉਂਦੀ ਏ, ਨੀਵਾਂ ਆਪਾ ਦਿਖਾਉਂਦੀ ਏ। ਜਿੱਥੇ ਉਹ ਕਹਿੰਦੇ ਨੇ ਇਨ ਪੰਚਨ ਮੇਰਾ ਮਨ ਜੋ ਵਿਗਾੜਿਓ। ਫਿਰ ਕਹਿੰਦੇ ਨੇ ਇੰਦਰੀ ਸਬਲ, ਆ ਜਿਹੜੀਆਂ ਇੰਦਰੀਆਂ ਨੇ ਇਹ ਬਲਵਾਨ ਹੋ ਗਈਆਂ। ਤੇ ਕੀ ਹੋਇਆ ਜੀ? ਨਿਰਬਲ ਵਿਵੇਕ ਬੁੱਧ, ਨਿਰਬਲ ਵਿਵੇਕ ਬੁੱਧ, ਇੰਦਰੀਆਂ ਬਲਵਾਨ ਹੋ ਗਈਆਂ, ਵਿਵੇਕ ਬੁੱਧ ਕਮਜ਼ੋਰ ਹੋ ਗਈ। ਤੇ ਅੱਗੋਂ ਕੀ ਵਾਪਰਿਆ? ਪਰਮਾਰਥ ਪ੍ਰਵੇਸ਼ ਨਹੀਂ, ਰੱਬ ਦਾ ਰਾਹ ਬੰਦ ਹੋ ਗਿਆ, ਨੋ ਐਂਟਰੀ। ਪਰਮਾਰਥ ਕੀ ਹੈ? ਸੇਵਾ ਤੇ ਪਰਉਪਕਾਰ ਦਾ ਮਾਰਗ ਬੰਦ ਹੋ ਗਿਆ। ਪਰ ਜਿਹੜਾ ਵਿਖਾਵੇ ਦੇ ਭਗਤ ਸਨ, ਕਰਮਕਾਂਡੀ ਬਣੇ ਸਨ, ਗੁਰੂ ਰਵਿਦਾਸ ਨੇ ਕਿਹਾ ਨਾ ਦੁੱਧ ਰੱਖੋ ਮੂਰਤੀ ਅੱਗੇ, ਨਾ ਪਾਣੀ ਰੱਖੋ, ਨਾ ਫੁੱਲ ਰੱਖੋ, ਝੂਠੇ ਨੇ। ਉਹ ਜੇ ਮੂਰਤੀ ਨੂੰ ਚੜਾਉਣਾ ਤੇ ਤਨ ਮਨ ਧਨ ਸਭ ਅਰਪ ਗੁਰ ਕੋ, ਜਿਹੜੀ ਹੈ ਮਨ ਤਨ ਅਰਪੋਂ ਪੂਜ ਚਿਰਾਵੋਂ। ਮਨ ਤਨ ਅਰਪ ਦਿਓ। ਕਰਮ ਕਾਂਡ ਚੀਜ਼ਾਂ ਰੱਖੀ ਜਾਂਦੇ ਹੋ, ਚੀਜ਼ਾਂ ਅੱਗੇ ਰੱਖਦੀ ਆ, ਮਨ ਤਾਂ ਉੱਥੇ ਖੜਾ ਰਿਹਾ, ਸਗੋਂ ਹਉਮੈ ਹੀ ਆ ਗਈ ਕਿ ਮੈਂ ਜੀ ਚੀਜ਼ਾਂ ਰੱਖਦੀਆਂ। ਉਹ ਕਰਮ ਕਾਂਡ ਮਨੁੱਖ ਦੇ ਮਨ ਨੂੰ ਕੋਈ ਛੇੜਛਾੜ ਨਹੀਂ ਕਰਦਾ। ਜੇ ਮਨ ਗੁਰੂ ਵੱਲ ਲਿਜਾਣਾ ਤੇ ਮਨ ਤਨ ਅਰਪੋਂ, ਇਹ ਮਨ ਆਕੀ ਹੋ ਕੇ ਅੰਦਰ ਬੈਠਾ ਹੋਇਆ। ਇੱਕ ਗੱਲ ਬਹੁਤ ਕਮਾਲ ਦੀ ਮੈਂ ਗੁਰੂ ਰਵਿਦਾਸ ਜੀ ਦੇਖੀ ਹੈ। ਉਹ ਕਹਿੰਦੇ ਨੇ ਜੇ ਗੁਰੂ ਜਿਹੜਾ ਉਹਨੂੰ ਗੁਰੂ ਪਾਰਸ ਹੈ ਤੇ ਉਹਨੂੰ ਭੇਟ ਕਰੋ, ਤੇ ਜਿਹੜਾ ਤੁਹਾਡਾ ਉਨਮਨ ਮਨ ਹੈ, ਹਾਇਰ ਸਟੇਟ ਆਫ ਮਾਈਂਡ, ਇਹਨੂੰ ਉਨਮਨ ਕਹਿੰਦੇ ਨੇ। ਤੇ ਉਨਮਨ ਮਨ ਹੀ ਮਿਲੇ। ਸਾਡੇ ਮਨ ਚ ਉਨਮਨ ਮਨ ਆ ਜਾਊ, ਹਾਇਰ ਸਟੇਟ ਆਫ ਮਾਈਂਡ ਆ ਜਾਏਗੀ ਤੇ ਛੁਟਕਤ ਬਜਰ ਕਪਾਟ। ਆ ਜਿਹੜੇ ਕਪਾਟ ਨੇ ਹਉਮੈ ਦੇ, ਕ੍ਰੋਧ ਦੇ, ਇਹ ਤੋਂ ਛੁਟਕਾਰਾ ਹੋ ਜੂ ਤੇ ਤੁਸੀਂ ਤੋਹੀ ਮੋਹੀ, ਮੋਹੀ ਤੋਹੀ ਤੇ ਪਹੁੰਚ ਜਾਓਗੇ, ਸੀਮਤ ਤੋਂ ਹੋ ਜਾਓਗੇ ਅਸੀਮਤ, ਬੂੰਦ ਤੋਂ ਬਣ ਜਾਓਗੇ ਸਾਗਰ, ਕਿਰਨ ਤੋਂ ਬਣ ਜਾਓਗੇ ਸੂਰਜ, ਤੇ ਕਤਰੇ ਤੋਂ ਦਰਿਆ ਹੋ ਜਾਓਗੇ। ਇਹ ਸਾਰੀ ਕਿਰਪਾ ਐਸੀ ਲਾਲ ਤੁਝ ਬਿਨ ਕੌਣ ਕਰੇ।
ਇਹ ਤਾਂ ਗਰੀਬ ਨਵਾਜ਼ ਦੀ ਕਿਰਪਾ ਹੈ। ਉਹੀ ਗਰੀਬਾਂ ਨੂੰ ਨਵਾਜ਼ ਸਕਦਾ ਹੈ। ਉਹੀ ਗਰੀਬ ਨਵਾਜ਼ ਗੁਸਾਈਆ ਮੇਰਾ, ਉਹ ਬਈ ਮੇਰਾ ਗੁਸਾਈਆ ਸੰਸਾਰ ਭਾਵੇਂ ਜੋ ਮਰਜ਼ੀ ਕਰ ਲੈ, ਹਮਾਰਾ ਕਹਾਂ करे ਸੰਸਾਰ, ਮੇਰਾ ਸੰਸਾਰ ਕੀ ਕਰ ਲਊਗਾ। ਮੇਰੇ ਤੇ ਗਰੀਬ ਨਵਾਜ਼ ਮੇਰੇ ਵਾਲੇ ਮਾਥੇ ਛਤਰ ਧਰੇ। ਆ ਜਿਹੜੇ ਲੋਕ ਨੇ ਦੁਨੀਆ ਦੇ ਜਿਹੜੇ ਰਾਜੇ ਨੇ, ਇਹ ਤਾਂ ਸਾਡੀ ਆਜ਼ਾਦੀ ਖੁੰਦੇ ਨੇ ਤੇ ਰੱਬ ਜਿਹੜਾ ਉਹ ਮੱਥੇ ਤੇ ਛਤਰ ਰੱਖਦਾ ਹੈ। ਹਾਂਜੀ ਨੀਚੇ ਉੱਚ ਕਰੇ ਮੇਰਾ ਗੋਬਿੰਦ। ਹਾਂਜੀ, ਥੈਂਕ ਯੂ ਜੀ, ਵੈਰੀ ਨਾਈਸ ਇੰਟਰੋਡਕਸ਼ਨ। ਤੇ I'll come back to you. I'm going to ask now Harminder to share some views regarding Bhakt Ravidas ji. Harminder? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬੜਾ ਬਿਊਟੀਫੁਲੀ ਇਹਨਾਂ ਨੇ ਦੱਸਿਆ ਭਗਤ ਰਵਿਦਾਸ ਜੀ ਦੇ ਬਾਰੇ। ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਭਗਤ ਜੀ ਜਾਤ ਪਾਤ, ਕਰਮ ਕਾਂਡ, ਤੀਰਥਾਂ ਤੇ ਇਸ਼ਨਾਨ, ਪੁੰਨ ਦਾਨ ਕਰਨੇ, ਮੂਰਤੀ ਪੂਜਾ, ਦੇਵੀ ਪੂਜਾ ਦੀ ਉਪਾਸਨਾ, ਰੰਗ ਰੂਪ, ਭਾਸ਼ਾ ਦਾ ਵਿਤਕਰਾ, ਇਹ ਸਾਰਿਆਂ ਨੂੰ ਛੱਡ ਕੇ ਭਗਤ ਜੀ ਨੇ ਬੜਾ ਜ਼ੋਰ ਦਿੱਤਾ ਇੱਕ ਨਿਰਗੁਣ ਤੇ ਇੱਕ ਸਰਗੁਣ ਦੀ ਉਪਾਸਨਾ ਦਾ। ਹਾਂਜੀ, ਇਹੀ ਉਹਨਾਂ ਨੇ ਜਿਹੜੇ ਮਹਾਰਾਜ ਦੇ ਵਿੱਚ ਜਿਹੜੇ ਸ਼ਬਦ ਨੇ ਇਹੀ ਉਹਨਾਂ ਨੇ ਉਚਾਰੇ। ਤੇ ਨਾਲੇ ਕੀ ਕਹਿਤਾ ਵਾਹਿਗੁਰੂ ਜੀ ਦੇ ਬਾਰੇ, ਤਾਂ ਕਹਿਤਾ ਖੁਦ ਖੁੱਲ ਕੇ ਗੱਲਾਂ ਕੀਤੀਆਂ ਨੇ। ਜਿੱਥੇ ਇੱਕ ਪਾਸੇ ਕਹਿਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਲ ਜਲ ਤਰੰਗ ਜੈਸਾ, ਵੀ ਤੇਰੇ ਤੇ ਮੇਰੇ, ਮੇਰੇ ਤੇ ਤੇਰੇ 'ਚ ਵਾਹਿਗੁਰੂ ਕੋਈ ਫਰਕ ਹੀ ਨਹੀਂ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਸਾਗਰ ਤੇ ਲਹਿਰਾਂ ਦਾ ਹੁੰਦਾ, ਜਿਵੇਂ ਸੋਨੇ ਤੇ ਸੋਨੇ ਦੇ ਤੋਂ ਬਣੇ ਪਦਾਰਥਾਂ ਦਾ ਕੜਿਆਂ ਦਾ ਹੁੰਦਾ, ਇਸ ਤਰ੍ਹਾਂ ਹੀ ਹੈ ਜੀ। ਪਰ ਦੂਜੇ ਪਾਸੇ ਆਪਦੀ ਜਿਹੜੀ ਹੈ ਵਾਹਿਗੁਰੂ ਦੀ ਅੱਗੇ ਆਪਦੇ ਆਪ ਨੂੰ ਸਰੈਂਡਰ ਵੀ ਕੀਤਾ। ਨਾਲੇ ਕੀ ਕੀਤਾ, ਕਹਿੰਦੇ ਕਿ ਜੋ ਨਾ ਜੋ ਪੈ ਹਮ ਨਾ ਪਾਪ ਕਰੰਤਾ ਹੈ ਅਨੰਤਾ, ਪਤਤ ਪਾਵਨ ਨਾਮ ਕੈਸੇ ਹੋਤਾ ਹੈ। ਵਾਹਿਗੁਰੂ ਤੈਨੂੰ ਪਤਤ ਪਾਵਨ ਕਿਹਨੇ ਕਹਿਣਾ ਜੇ ਅਸੀਂ ਜੀਵ ਗਲਤੀਆਂ ਨਾ ਕਰਦੇ, ਗੁਨਾਹਗਾਰੇ ਨਾ ਹੁੰਦੇ। ਦੇਖੋ ਹੈ। ਤੇ ਫੇਰ ਨਾਲ ਅੱਗੇ ਬੇਨਤੀ ਕਰਤੀ, ਕਹਿੰਦੇ ਰਾਮ ਗਸਈਆ ਜੀ ਕੇ ਜੀਵਨ ਮੋਹ ਨਾ ਵਿਸਾਰੋ, ਮੈਂ ਜਨ ਤੇਰਾ, ਬਈ ਮੈਂ ਤਾਂ ਤੇਰਾ ਜਨ, ਮੈਨੂੰ ਨਾ ਵਿਸਾਰ ਤੂੰ ਹੈ ਮੇਰੇ ਮਹਾਰਾਜ। ਤੇ ਦੂਜੇ ਪਾਸੇ ਆਪਦੀ ਅਗਿਆਨਤਾ ਦੇ ਬਾਰੇ ਵੀ ਕਹਿੰਦੇ ਕੂਪ ਪਰਿਓ ਜੈਸੇ ਦਾਦਰਾ, ਕਸ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਮੋਹਿਆ, ਕੁਛ ਆਰਾ ਪਾਰ ਨਾ ਸੂਝ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਂ ਤਾਂ ਟੋਭੇ ਦੇ ਡੱਡੂ ਵਾਂਗੂ, ਮੇਰਾ ਜਿਹੜਾ ਗਿਆਨ ਹੈ, ਤੇਰਾ ਰੱਬੀ ਗਿਆਨ ਤੇ ਦੇਵੀ ਗੁਣਾਂ ਦਾ ਕੀ ਕਹਿਣਾ ਮੈਂ, ਉਹ ਤਾਂ ਬਸ ਅਨੰਤ ਹੀ ਆ, ਇਹਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਅੰਤ ਨਾ ਸਿਰਤੀ ਕਹਿਣ ਨਾ ਅੰਤ ਕਰਨੇ ਦੇਣ ਅੰਤ। ਦੂਜੇ ਪਾਸੇ ਫਿਰ ਨਾਲ ਇਹ ਵੀ ਕਹਤਾ ਵੀ ਜੀਵ ਨੂੰ ਇੱਕ ਤਾਂ ਸੋਝੀ ਦੇਣ ਲਈ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖਿਆ ਸੁਣਿਆ ਬੋਲਾ ਦੌੜਿਓ ਫਿਰਦਾ, ਆਪਦੇ ਆਪ ਜੀ ਹੰਕਾਰ 'ਚ ਫੁੱਲਿਆ ਫਿਰਦਾ। ਕੀ ਇਹ ਨਹੀਂ ਪਤਾ ਵੀ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਪਾਈ ਹੈ, ਜਦੋਂ ਮਰਜ਼ੀ ਲੈ ਸਕਦਾ। ਤੇ ਅੱਗੇ ਵਾਸੂ ਸਾਹਿਬ ਨੇ ਬੜਾ ਵਧੀਆ ਦਿਖਾਇਆ ਸੀ। ਮਹਾਰਾਜ ਨੇ ਕਿਹਾ ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਕਹਿੰਦੇ ਕਿ ਤੇਰੇ ਅੱਗੇ ਕੀ ਚੜਾਵਾਂ ਮੈਂ, ਆਉਂਦਾ ਨਾ ਜੀ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ, ਤਨ ਮਨ ਅਰਪੋਂ ਪੂਜ ਚੜਾਵੋ, ਗੁਰ ਪ੍ਰਸਾਦ ਗੁਰੂ ਕਿਰਪਾ ਦੇ ਨਾਲ ਨਿਰੰਜਨ ਪਾਵੋ। ਹਾਂਜੀ, ਇਹ ਹੈ। ਫਿਰ ਦੂਜੇ ਪਾਸੇ ਇਹ ਵੀ ਕਹਤਾ ਨਾਲ ਆਪਦੇ ਜਿਹੜੀ ਈਗੋ ਨੂੰ ਸਬਡਿਊ ਕਰਨੇ, ਕਹਿੰਦੇ ਜਬ ਹਮ ਹੋਤੇ, ਜਦ ਮੈਂ ਨਾ ਹਰਮਿੰਦਰ ਸਿੰਘ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਦੂਜੇ ਪਾਸੇ ਨਾਲ ਇਹ ਵੀ ਕਹਤਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਹੈ, ਮੇਰੇ ਵਾਹਿਗੁਰੂ ਸੱਚੀ ਪ੍ਰੀਤ। ਅਸੀਂ ਵੈਲੈਂਟਾਈਨਸ ਡੇ ਮਨਾਇਆ ਸੀ ਨਾ, ਆ ਭਗਤ ਜੀ ਦਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇੱਥੇ ਆ ਸਾਡੇ ਲਈ ਚੇਤਾਵਨੀ ਬਈ ਹਰਮਿੰਦਰ ਸਿੰਘ, when it comes to ਤੇਰੀਆਂ values, when it comes to principles ਦੇ ਤੈਨੂੰ ਸੰਸਾਰ ਦੇ ਨਾਲੋਂ ਆਪਦਾ ਤੋੜਨਾ ਵੀ ਪਵੇ ਕੁਛ, ਕਿਉਂਕਿ ਤੂੰ ਵੈਲਿਊ ਐਂਡ ਦੇ ਉੱਤੇ ਆਪਦਾ ਕੰਪਰੋਮਾਈਜ਼ ਨਹੀਂ ਕਰਦਾ, ਆਪਦੇ ਜਿਹੜੇ ਪ੍ਰਿੰਸੀਪਲਸ ਤੇ ਕੰਪਰੋਮਾਈਜ਼ ਨਾ ਉਹਨੂੰ ਅੱਗੇ ਰੱਖਣਾ, ਆਪ ਧਿਆਨ ਰੱਖਣਾ। ਇੱਕ ਆਖਰ ਦੇ ਵਿੱਚ ਮੈਂ ਇੱਕ ਕਹਾਂਗਾ ਜੀ ਜਾਤ ਪਾਤ ਉੱਤੇ ਭਗਤ ਜੀ ਦਾ ਸ਼ਬਦ, ਕਹਿੰਦੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਿੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰਿੰਗ। ਹਾਂਜੀ, ਚਾਹੇ ਮੇਰੀ ਆਪਦੀ ਜਾਤ ਤੇ ਵੀ ਕੀਤਾ ਵੀ ਮੇਰੀ ਜਾਤ ਚਾਹੇ ਘਟੀਆ ਸਮਝਦੇ ਆ ਲੋਕੀ, ਪਰ ਨਾਲ ਕਹਿਤਾ ਮੇਰੀ ਜਾਤ ਕੁੱਟ ਵੰਡ ਲਾ ਢੋਲ ਢਵੰਤਾ, ਨਿਤਾ ਬਨਾਰਸੀ ਆਸ ਪਾਸਾ। ਕਹਿੰਦੇ ਅਬ ਵਿਪਰ ਪ੍ਰਧਾਨ ਤੇ ਕਰਨ ਡੰਡੌਤ, ਕਹਿੰਦੇ ਉਹੀ ਪੰਡਤ ਬ੍ਰਾਹਮਣ ਜਿਹੜੇ ਮੈਨੂੰ ਮੰਦਾ ਚੰਗਾ ਬੋਲਦੇ ਸੀ, ਘਟੀਆ ਕਹਿੰਦੇ ਸੀ, ਹੁਣ ਇਹ ਵਾਹਿਗੁਰੂ
ਤੇਰੀ ਜਿਹੜੀ ਲਾਲੀ ਆ ਮੇਰੇ ਮੱਥੇ ਤੇ ਮੇਰੇ ਮਸਤਕ ਤੇ ਦਗਦਗ ਕਰਦੀ ਆ, ਔਰ ਉਹ ਨਮਸਕਾਰਾਂ ਕਰਦੇ ਨੇ ਮੈਨੂੰ ਨਮਸਕਾਰਾਂ ਕਿਉਂ ਕਰਦੇ ਨੇ? ਕਿਉਂਕਿ ਵਾਹਿਗੁਰੂ ਤੇਰਾ ਜਿਹੜਾ ਭਾਣਾ ਵਰਤਿਆ ਨਾ ਮੇਰੇ ਵਿੱਚ, ਉਹ ਜਿਹੜੀ ਹੈ ਉਹ ਚੀਜ਼ ਆ ਗਈ ਆ, ਤੇਰੀ ਜਿਹੜੀ ਹੈ ਤੇਰੀ ਜੋਤ ਨੂੰ ਨਮਸਕਾਰ ਹੋ ਰਿਹਾ। ਇਸ ਤਰ੍ਹਾਂ ਦੇ ਵਿਚਾਰ ਭਗਤ ਜੀ ਦੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਇਟਸ ਬਿਊਟੀਫੁਲ ਕਿ ਕਿਵੇਂ ਭਗਤ ਜਿਹੜੇ ਨੇ ਹਾਊ ਐਕਸਪਲਿਸਿਟ ਦੇ ਆਰ ਆਪਣੀ ਕਨਵਰਸੇਸ਼ਨ, ਤੇ ਉਹਦੇ ਵਿੱਚ ਉਹ ਸਾਡੇ ਲਈ ਸਮਝਾਉਣ ਦੇ ਲਈ ਉਹ ਹਿਊਮਰ ਵੀ ਵਰਤਦੇ ਨੇ ਤੇ ਰਿਐਲਿਟੀ ਵੀ ਵਰਤਦੇ ਨੇ, ਤੇ ਜਿਹੜੀ ਹੈਗੀ ਆ ਸਾਨੂੰ ਸਮਝਾਉਣ ਦੇ ਲਈ ਇਹ ਵੀ ਹਿਊਮਿਲਿਟੀ ਕਿਵੇਂ ਮੇਨਟੇਨ ਕਰਨੀ ਹੈ ਉਹਦੇ ਲਈ ਵੀ ਸਭ ਕੁਝ ਸਿਖਾਉਂਦੇ ਨੇ। ਬਹੁਤ ਪੱਖੀ ਉਹਨਾਂ ਦੀ ਜਿਹੜੀ ਹੈਗੀ ਆ ਟੀਚਿੰਗਸ ਹੈ। ਇਟਸ ਰੀਲੀ ਵੰਡਰਫੁਲ। we had over here Mandeep Singh Laroi, ਉਹ ਚਲੇ ਗਏ। ਮੇਘਰਾਜ ਸਿੰਘ, ਚਲੋ we will wait for him next. Next I'm going to ask ਗਿਆਨੀ ਧਰਮ ਸਿੰਘ ਜੀ, ਤੁਸੀਂ ਆਪਣੇ ਕੁਝ ਵਿਚਾਰ ਸ਼ੇਅਰ ਕਰੋ ਭਗਤ ਰਵਿਦਾਸ ਜੀ ਬਾਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਭਗਤ ਰਵਿਦਾਸ ਜੀ ਨੇ, ਜਿਵੇਂ ਪਹਿਲੋਂ ਬਹੁਤ ਕੁਝ ਕਿਹਾ ਗਿਆ, ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਉਪਦੇਸ਼, ਉਹਨਾਂ ਦਾ ਜੀਵਨ ਹਰ ਪੱਖੋਂ ਉਹ ਵਿਲੱਖਣ ਆ। ਤੇ ਉਹਨਾਂ ਨੇ ਕਰਮਕਾਂਡ ਤੇ ਵੀ ਬੜੀ ਕਰਾਰੀ ਚੋਟ ਮਾਰੀ, ਖਾਸ ਕਰਕੇ ਜਦੋਂ ਉਹ ਕਹਿੰਦੇ ਨੇ ਕਿ ਦੂਧ ਤਾਂ ਬਛੜਾ ਥਨੋਂ ਬਿਤਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਕਿਉਂਕਿ ਜਿਹੜੇ ਮੂਰਤੀਆਂ ਦੀ ਪੂਜਾ ਕਰਨ ਵਾਲੇ, ਖਾਸ ਕਰਕੇ ਜਦੋਂ ਉਹ ਭੋਗ ਲਵਾਉਂਦੇ ਨੇ ਤੇ ਫਿਰ ਕਿ ਦੁੱਧ ਸੁੱਚਾ ਹੋਏ, ਫੁੱਲ ਸੁੱਚਾ ਹੋਏ, ਤੇ ਭਗਤ ਕਬੀਰ ਰਵਿਦਾਸ ਜੀ ਕਹਿੰਦੇ ਵੀ ਕੋਈ ਵੀ ਚੀਜ਼ ਸੁੱਚੀ ਨਹੀਂ ਆ। ਵੀ ਜੇ ਦੁੱਧ ਕਹੋ ਤੇ ਦੁੱਧ ਪਹਿਲੋਂ ਵੱਛੇ ਨੇ ਝੂਠਾ ਕਰ ਦਿੱਤਾ, ਕਿਉਂਕਿ ਗਾਈਆਂ ਨੂੰ ਪਛਮਾਉਣ ਵਾਸਤੇ ਦੁੱਧ ਜਿਹੜਾ ਵੱਛਾ ਆ ਉਹ ਥੱਲੇ ਛੱਡਿਆ ਜਾਂਦਾ ਆ। ਕਹਿੰਦੇ ਫੁੱਲ ਦੀ ਬਾਸ਼ਨਾ ਪਹਿਲੋਂ ਭਵਰਾ ਲੈ ਜਾਂਦਾ ਹੈ, ਪਾਣੀ ਜਿਹੜਾ ਆ ਉਹਨੂੰ ਮੱਛੀ ਜਿਹੜੀ ਆ ਉਹ ਪਹਿਲੋਂ ਉਹਦਾ ਜੀਵਨ ਹੀ ਉਹਦੇ ਚ ਹੁੰਦਾ ਆ। ਇਸ ਕਰਕੇ ਸੁੱਚਾ ਤੇ ਕੁਛ ਵੀ ਨਹੀਂ ਆ। ਫਿਰ ਕਹਿੰਦੇ ਮੈਲਾ ਗਰ ਬੇਰੇ ਹੈ ਭੁਯੰਗਾ, ਕਿ ਚੰਦਨ ਬੜਾ ਪਵਿੱਤਰ ਤੇ ਵਧੀਆ ਮੰਨਿਆ ਜਾਂਦਾ, ਉਹਨੂੰ ਕਹਿੰਦੇ ਸੱਪ ਚੰਬੜੇ ਰਹਿੰਦੇ ਨੇ। ਬਿਖ ਅੰਮ੍ਰਿਤ ਬਸਾ ਇੱਕ ਸੰਗਾ, ਧੂਪ ਦੀਪ ਨਹੀਂ ਬੇਦਹ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਫਿਰ ਅਸਲੀ ਪੂਜਾ ਕਹਿੰਦੇ ਤਨ ਮਨ ਅਰਪਉ ਪੂਜ ਚਰਾਵੋ, ਕਿ ਮੈਂ ਤੇ ਆਪਣਾ ਤਨ ਮਨ ਅਰਪਣ ਕਰਦਾ ਆ, ਇਹੋ ਹੀ ਤੁਹਾਡੀ ਪੂਜਾ ਲਈ ਚੜਾਉਂਦਾ ਆ। ਗੁਰ ਪ੍ਰਸਾਦ ਨਿਰੰਜਨ ਪਾਵੋ, ਤੇ ਗੁਰੂ ਦੀ ਬਖਸ਼ਿਸ਼ ਸਦਕਾ ਫਿਰ ਮੈਂ ਉਹ ਜਿਹੜਾ ਮਾਇਆ ਤੋਂ ਰਹਿਤ ਪਰਮਾਤਮਾ ਉਹਦੀ ਪ੍ਰਾਪਤੀ ਕਰਦਾ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਕਹਿੰਦੇ ਮੈਨੂੰ ਹੋਰ ਤੇ ਕੋਈ ਪੂਜਾ ਪਾਜਾ ਦਾ ਪਤਾ ਨਹੀਂ ਆ, ਪੂਜਾ ਅਰਚਾ ਕਿੱਦਾਂ ਕਰਨੀ ਆ ਕੋਈ, ਤੇ ਮੇਰੀ ਕੀ ਹਾਲਤ ਹੋਊਗੀ। ਭਾਵ ਕਿ ਸਾਰਾ ਤਾਂ ਦੱਸ ਕੇ ਤੇ ਜਿਹੜੀ ਗੁਰਬਾਣੀ ਦਾ ਸਭ ਤੋਂ ਵੱਡਾ ਉਪਦੇਸ਼ ਆ ਕਿ ਹਉ ਮੈਂ ਜਾਈ ਤਾਂ ਕੰਤ ਸਮਾਈ, ਆਪਣੇ ਆਪ ਨੂੰ ਨੀਵਾਂ ਕਹਿੰਦਿਆਂ ਹੋਇਆ ਇੱਥੋਂ ਇੰਨਾ ਵੱਡਾ ਉਪਦੇਸ਼ ਦੇ ਕੇ ਫਿਰ ਵੀ ਕਹਿੰਦੇ ਕਹਿ ਰਵਿਦਾਸ ਕਵਨ ਗਤ ਮੋਰੀ, ਕਿ ਮੇਰੀ ਕਿਵੇਂ ਗਤੀ ਹੋਊਗੀ, ਮੇਰਾ ਕੀ ਹਾਲ ਹੋਏਗਾ। ਇਹ ਉਹਨਾਂ ਦੇ ਗੁਣ ਨੇ ਜੀ। ਹਾਂਜੀ, ਥੈਂਕ ਯੂ ਗਿਆਨੀ ਜੀ, ਵੈਰੀ ਡਾਕਟਰ ਕੁਲਵਿੰਦਰ ਸਿੰਘ, ਤੁਸੀਂ ਸਾਰਿਆਂ ਦੇ ਵਿਚਾਰ ਸੁਣੇ ਨੇ, ਤੁਸੀਂ ਆਪਣੇ ਕੋਈ ਵਿਚਾਰ ਸ਼ੇਅਰ ਕਰੋ। ਭਗਤ ਜੀ ਦਾ ਇੱਕ ਸ਼ਬਦ ਹੈ ਬੇਗਮਪੁਰਾ ਸ਼ਹਿਰ ਕਾ ਨਾਮ, ਉਹਦੇ ਬਾਬਤ ਕੁਝ ਆਪਣੇ ਵਿਚਾਰ ਸਾਂਝੇ ਕਰੋ। ਹਾਂਜੀ ਸਰ, ਗੁਰਫਤਿਹ ਟੂ। ਤੇ ਜਿਹੜਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਮ, ਇਹਦੀ ਆਖਰੀ ਪੰਕਤੀ ਤੋਂ ਮੈਂ ਸ਼ੁਰੂ ਕਰਾਂਗਾ। ਆਖਰੀ ਪੰਕਤੀ ਕੀ ਕਹਿੰਦੇ ਭਗਤ ਰਵਿਦਾਸ ਜੀ, ਕਿ ਜੋ ਹਮ ਸ਼ਹਿਰੀ ਸੋ ਬੀਤ ਹਮਾਰਾ। ਹਾਂਜੀ, ਲਾਸਟ ਪੰਕਤੀ ਹੈ ਕਿ ਜਿਹੜਾ ਇਸ ਸ਼ਹਿਰ ਚ ਰਹਿੰਦਾ ਹੈ ਉਹ ਮੇਰਾ ਮਿੱਤਰ ਹੈ। ਤੇ ਪਹਿਲਾਂ ਸ਼ਹਿਰ ਦੀ ਸਾਰੀ ਐਕਸਪਲੇਨੇਸ਼ਨ ਕੀਤੀ ਹੈ ਕਿ ਬੇਗਮਪੁਰਾ ਸ਼ਹਿਰ ਕੋ ਨਾਮ, ਬੇਗਮ ਮੀਨਸ ਵੇਅਰ देयर इज नो ਗਮ, ਜਿੱਥੇ ਦੁੱਖ ਦਾ ਨਾਮ ਹੀ ਨਹੀਂ ਹੈਗਾ। ਬੇਗਮਪੁਰਾ ਸ਼ਹਿਰ ਕੋ ਨਾਮ, ਦੋਖ ਅੰਦੋਖ ਨਹੀਂ ਬੈਠਾਓ, ਉੱਥੇ ਨਾ ਕੋਈ ਦੁੱਖ ਹੈ ਤੇ ਨਾ ਕੋਈ ਟੈਨਸ਼ਨ ਹੈ, ਨਾ ਤਸਵੀਸ ਖਰਾਜ, ਨਾ ਮਾਲ ਖੌਫ, ਨਾ ਖਤਾ, ਨਾ ਤਰਸ ਪਾ। ਅਬ ਮੈਂ ਖੂਬ ਵਤਨ ਗੈ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਉੱਥੇ ਹਮੇਸ਼ਾ ਹੀ ਖੈਰ ਹੀ ਖੈਰ ਹੈ, ਖਰਾਏ ਤੇ ਖਰਾਬ ਹੈ, ਪ੍ਰੇਮ ਹੀ ਪ੍ਰੇਮ ਹੈ, ਕਿਰਪਾ ਹੀ ਕਿਰਪਾ ਹੈ। ਅੱਗੇ ਹੈ ਆਬਾ ਦਾਨ ਸਦਾ ਮਸ਼ਹੂਰ,
ਉਹਾਂ ਗਨੀ ਵਸੇ ਮਹਿਮੂਦ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ। ਜਿੱਦਾਂ ਹੁਣੇ ਵੀਰ ਜੀ ਹਰਮਿੰਦਰ ਸਿੰਘ ਜੀ ਨੇ ਕਿਹਾ ਨਾ ਕਿ ਕਾਟ ਕੀ ਪੁਤਰੀ ਕਹਾ ਕਰੇ ਬੱਪਰੀ ਖਿਲਾਵਨ ਹਾਰੋ ਜਾਣੇ, ਜੈਸਾ ਭੇਕ ਦਾਵੇ ਬਾਜੀਗਰ ਉਹ ਤੈਸੋ ਹੀ ਸਾ ਜਾਣੇ। ਠੀਕ ਹੈ ਜੀ। ਮਾਟੀ ਕੀ ਹੈ ਪੁੱਤਰੀ ਜੋੜੀ ਕਿਆ ਹੈ ਕਰਮ ਤਮਾਸ। ਸੋ ਉਹੀ ਹੈ, ਉਹ ਕਹਿੰਦੇ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ। ਪਰਮਾਤਮਾ ਨੂੰ ਜਿੱਦਾਂ ਜਿੱਦਾਂ ਪਾਉਂਦਾ ਉਦਾਂ ਇਹਨਾਂ ਨੂੰ ਸੈਲ ਕਰਾ ਰਿਹਾ। ਜਿੱਦਾਂ ਕਿ ਪਿਤਾ ਆਪਣੇ ਬੱਚੇ ਨੂੰ ਮੇਲੇ 'ਚ ਜਾ ਕੇ ਨਾ ਉਹਨੂੰ ਮੇਲਾ ਦਿਖਾਉਂਦਾ ਤੇ ਐਸ਼ ਕਰਾਉਂਦਾ, ਇਸ ਤਰ੍ਹਾਂ ਹੀ ਭਗਤ ਨੂੰ ਪਰਮਾਤਮਾ ਕਰਦਾ ਹੈ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇਂ ਮਹਿਲ ਮਹਿਲ ਨਾ ਹੋਟ ਕਾਵੇ। ਤੇ ਉੱਥੇ ਰੋਕਣ ਵਾਲਾ ਕੋਈ ਨਹੀਂ ਹੈਗਾ। ਸੋ ਇਹ ਸਾਰਾ ਸ਼ਬਦ ਅਖੀਰ ਤੇ ਕੀ ਹੈ? ਕਹਿ ਰਵਿਦਾਸ ਖਲਾਸ ਸਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ। ਤੇ ਜਿਹੜਾ ਵੀ ਇਸ ਸ਼ਹਿਰ 'ਚ ਰਹਿਣ ਵਾਲਾ ਹੈ, ਐਵਰੀਵਨ ਉੱਥੇ ਮਿੱਤਰਤਾ ਹੀ ਮਿੱਤਰਤਾ ਹੈ, ਦੁਸ਼ਮਣੀ ਕੋਈ ਨਹੀਂ ਹੈ। ਸੋ ਮਿੱਤਰਤਾ ਤੋਂ ਹੀ ਜਿਹੜੀ ਦੂਸਰੀ ਚੀਜ਼ ਬੜੀ ਪਿਆਰੀ ਆਈ ਹੈ ਭਗਤ ਜੀ ਦੀ, ਤੇ ਉਹ ਸ਼ਬਦਾਂ ਦੇ ਅਰਥ ਸਮੇਂ ਨਾਲ ਬਦਲਦੇ ਰਹਿੰਦੇ ਨੇ। ਮੈਂ ਕਈ ਵਾਰੀ ਸ਼ਬਦ ਪੜ੍ਹਨਾ ਤੇ ਜਦੋਂ ਮੇਰੇ ਮਨ 'ਚ ਆਣਾ ਕਿ ਮਾਧਵੇ ਤੁਮ ਨਾ ਤੋੜੋ ਤਾਂ ਹਮ ਨਹੀਂ ਤੋੜੇ। ਹਾਂਜੀ, ਵੀ ਜੇ ਤੂੰ ਨਹੀਂ ਤੋੜੇਗਾ ਤੇ ਮੈਂ ਨਹੀਂ ਤੋੜਾਂਗਾ। ਤੇ ਮਨ 'ਚ ਕਈ ਵਾਰ ਨਾ ਕਿੰਤੂ ਗਾਣਾ ਛੋਟੇ ਹੁੰਦੇ ਆ ਕਿ ਰੱਬ ਨੂੰ ਅਸੀਂ ਗਰੰਟੀ ਨਾਲ ਨਹੀਂ ਕਹਿ ਸਕਦੇ, ਰੱਬ ਦਾ ਸਾਡੇ ਨਾਲ ਪਿਆਰ ਕਰਦਾ ਹੀ ਕਰਦਾ। ਗਲਤੀ ਦੱਸੀ ਕਰਦੇ ਆ। ਤੇ ਇਹ ਪੰਕਤੀ ਕਿਸ ਤਰ੍ਹਾਂ ਕੀ ਸੁਹਾਗ ਪੰਕਤੀ ਸੰਦਰਭ 'ਚ ਹੁੰਦੀ ਹੈ, ਕਿਸ ਸੰਦਰਭ 'ਚ ਕੀਤਾ ਗਿਆ। ਤੇ ਕੱਲ ਮੈਂ ਵਿਚਾਰ ਕਰ ਰਿਹਾ ਸੀ ਜੋ ਮੈਨੂੰ ਕਲੀਅਰ ਆਈ ਵੁੱਡ ਲਾਈਕ ਟੂ ਸ਼ੇਅਰ। ਸ਼ਬਦ ਹੁੰਦਾ ਹੈ ਜੋ ਤੁਮ ਗਿਰਵਰ ਤੋ ਹਮ ਮੋਰਾ। ਠੀਕ ਹੈ, ਜੇ ਤੂੰ ਪਹਾੜ ਹੈ ਤੇ ਮੈਂ ਉੱਥੇ ਮੋਰ ਪੈਣਾ ਪਾ ਰਿਹਾ, ਤੇਰਾ ਆਨੰਦ ਮਾਰ ਰਿਹਾ ਮੈਂ ਤੇਰੇ ਵਿੱਚ ਹੀ ਹਾਂ। ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ। ਜੇ ਤੂੰ ਚੰਦਰਮਾ ਹੈ ਤੇ ਮੈਂ ਚਕੋਰਾ। ਅੱਗੇ ਪੰਕਤੀ ਹੈ ਮਾਧਵੇ ਇਹ ਪਰਹਾਉ ਦੀ ਪੰਕਤੀ ਹੈ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਤੇ ਇਹਦੇ ਜਿਹੜਾ ਅਰਥ ਹੈ ਨਾ ਅਗਲੀ ਲਾਈਨ 'ਚ ਕਲੀਅਰ ਕੀਤਾ ਹੈ। ਇਸ ਤਰ੍ਹਾਂ ਕਿਉਂ ਕਿਹਾ? ਕਿਉਂਕਿ ਤੁਮ ਸਿਓ ਤੋਰ ਕਮਨ ਸਿਓ ਜੋੜੇ। ਹੋਰ ਕੋਈ ਹੈਗਾ ਹੀ ਨਹੀਂ ਜਿਹਦੇ ਨਾਲ ਮੈਂ ਪਿਆਰ ਕਰ ਸਕਾਂ ਤੇਰੇ ਤੋਂ ਬਾਅਦ। there is no one else ਜਿਹੜਾ ਤੇਰੀ ਇਕੁਅਲ ਹੋਵੇ ਜਾਂ ਤੇਰੇ ਤੋਂ ਵੱਡਾ ਹੋਵੇ। ਸੋ ਉਹਨੂੰ ਕਲੀਅਰ ਕਰਦਾ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਕਿਉਂ ਨਹੀਂ ਤੋੜਾਂਗਾ? ਕਿਉਂਕਿ ਮੈਨੂੰ ਦਿਸਦਾ ਪਿਆ ਨਾ ਕਿ ਤੇਰੇ ਤੋਂ ਬਾਅਦ ਮੈਂ ਯਾਰੀ ਕਿਸੇ ਹੋਰ ਨਾਲ ਲਾ ਨਹੀਂ ਸਕਦਾ, ਕਿਉਂਕਿ ਹੋਰ ਹੈ ਨਹੀਂ। ਸੋ ਅਗਲੀ ਪੰਕਤੀ ਹੈਗੀ ਹੈ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਬਰ ਸੰਗ ਤੋਰੀ। ਕਹਿੰਦੇ ਹੁਣ ਜਦੋਂ ਤੇਰੇ ਨਾਲ ਜੁੜ ਗਈ ਹੈ ਤੇ ਤੋਰੀ ਦਾ ਅਰਥ ਅਸੀਂ ਭਾਵ ਸਮਝਣਾ। ਇਹ ਨਹੀਂ ਸੰਸਾਰ ਨਾਲ ਟੁੱਟ ਗਏ, ਲੇਕਿਨ ਹੁਣ ਜਿਹੜੀ ਪੈਸ਼ਨ ਹੈ ਨਾ, ਪੈਸ਼ਨ ਕੇਵਲ ਤੇ ਕੇਵਲ ਪਰਮਾਤਮਾ ਵਾਸਤੇ। ਪਿਆਰ ਸਾਰਿਆਂ ਨੂੰ ਕਰ ਰਿਹਾ ਹੈ, ਕਿਰਪਾ ਭਗਤ ਸਾਰਿਆਂ ਤੇ ਕਰ ਰਿਹਾ ਹੈ, ਲੇਕਿਨ ਜਿਹੜੀ ਉਹਦੀ ਮਤਲਬ ਕਹਿ ਲਓ ਇੱਕ ਹਾਰਟ ਬੀਟ ਕਰਦਾ ਹੈ ਨਾ ਜਿਹੜਾ ਉਹਦਾ, ਉਹ ਕੇਵਲ ਤੇ ਕੇਵਲ ਪਰਮਾਤਮਾ ਨੇ ਕਰਦਾ ਹੈ। ਠੀਕ ਹੈ। Beautiful, very very nice for sharing that. I have here Jasveer Singh Patia. Patia साहब unmute करो अपने आप ਨੂੰ। Patia साहब अपने आप ਨੂੰ unmute ਕਰੋ। ਤੁਸੀਂ ਸਾਰਿਆਂ ਦੇ ਵਿਚਾਰ ਸੁਣੇ ਨੇ, ਤੁਸੀਂ ਆਪਣੇ ਵਿਊਜ਼ ਸ਼ੇਅਰ ਕਰੋ ਜੀ। ਵੈਸੇ ਜ਼ਿਆਦਾ ਕਹਿ ਨਹੀਂ ਸਕਦਾ, ਕੁਝ ਵੀ ਠੀਕ ਨਹੀਂ ਹੈ। ਤੇ ਵੈ ਇੱਕੋ ਹੀ ਗੱਲ ਜੋ ਮੈਨੂੰ ਅੱਛੀ ਲੱਗੀ ਜਾਂ ਉਹਨਾਂ ਦੇ ਵਿਚਾਰਾਂ 'ਚ ਉਹ ਇਹ ਹੈ ਕਿ ਭਗਤ ਲੋਕ ਕਿਤੇ ਨਿਡਰ ਹੁੰਦੇ। ਹਾਲਾਂਕਿ ਉਹ ਇੱਕ ਛੋਟੀ ਜਾਤੀ ਦੇ ਸੀ, ਜਿਸ ਤਰ੍ਹਾਂ ਭਗਤ ਕਬੀਰ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਤੇ ਇਹ ਲੋਕ ਭਾਵੇਂ ਜੋ ਵੀ ਹੋ ਜਾਏ, ਕੈਸਾ ਵਾਤਾਵਰਨ ਹੋ ਜਾਏ, ਛੋਟੀ ਜਾਤ ਦੀ ਹੋਣ ਕਰਕੇ ਹੋਰ ਵੀ ਉਹਨਾਂ ਨੂੰ ਉੱਪਰ ਆਪਰੇਸ਼ਨ ਜਾਂ ਦਾ ਚਾਂਸ ਹੁੰਦਾ ਸੀ, ਲੇਕਿਨ ਉਹ ਨਿਡਰ। ਜਿਸ ਤਰ੍ਹਾਂ ਕਿ ਆਪ ਜੀ ਨੇ बाणी रविदास जी के विच ऐसी लाभ कुछ भी कौन मैं सारा नहीं पढ़ांगा। ते अंत विच कहते हैं कि ब्राह्मण जी तुहाडा जिन्ने सारे ग्रंथ ने ये सारी गल्लां बातां ही ने जी, ये सिर्फ गल्लां बातां ही ने, कोई प्रैक्टिकल एक्सपीरियंस नहीं हैगा। इस वास्ते भावे कि एडी वड्डी ताकत ਨੂੰ ਚੈलेंज ਕਰ ਦੇਣਾ ਇੱਕ ਭਗਤ ਵਾਸਤੇ ਜਿਹਦਾ ਕੋਈ ਤਾਕਤ ਨਹੀਂ ਹੈ, ਕੋਈ ਜ਼ੋਰ ਨਹੀਂ ਹੈ, ਫਿਰ ਵੀ ਆਪਣੀ ਨਿਡਰਤਾ ਕਰਕੇ ਉਹਨਾਂ ਨੂੰ ਚੈलेंज ਕਰ ਦੇਣਾ, ਤੇ ਇਹ ਬੜੀ ਵੱਡੀ ਇੱਕ ਕੁਆਲਿਟੀ ਹੈ ਜਿਹਦੇ ਵਿੱਚ ਇਹ ਭਗਤ ਜੋ ਹਨ ਆਪਣਾ ਵਿਚਾਰ ਰੱਖ ਸਕਦੇ ਹਨ ਔਰ ਬਿਨਾਂ ਕਿਸੇ ਡਰ ਤੋਂ।
ਸੋ ਇਹ ਗੱਲਾਂ ਉਹਨਾਂ ਦੀਆਂ ਅਪੀਲ ਕੀਤੀ ਹੈ। ਬਾਕੀ ਤਾਂ ਆਪ ਸਭ ਨੇ ਦੱਸਿਆ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਦੀ ਕੁਆਲਿਟੀ ਉਹਨਾਂ ਦੀ ਬਾਣੀ ਦੱਸੀ ਹੈ ਆਪਨੇ। ਥੈਂਕ ਯੂ। ਮੈਂ ਨਿਡਰਤਾ ਦੇ ਉੱਪਰ ਬੜਾ ਜ਼ੋਰ ਦੇਣਾ ਹੈ, ਕਿਉਂਕਿ ਤਾਂ ਹੀ ਉਹ ਲੋਕ ਅਮਰ ਹੋ ਸਕੇ ਨੇ। ਜੇ ਡਰ ਗਏ ਉਹ ਫਿਰ ਰਹਿ ਗਏ ਪਿੱਛੇ। ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਵੈਰੀ ਵੈਰੀ ਨਾਈਸ। ਡਾਕਟਰ ਮਿਹਰਬਾਨ ਸਿੰਘ ਤੁਸੀਂ ਵੀ ਨਾਲ ਜੁੜੇ ਹੋਏ ਆ, ਜਰਾ ਅਨਮਿਊਟ ਕਰੋ ਆਪਣੇ ਆਪ ਨੂੰ। ਡਾਕਟਰ ਮਿਹਰਬਾਨ ਸਿੰਘ ਅਨਮਿਊਟ ਕਰੋ ਆਪਣੇ ਆਪ ਨੂੰ। ਚਲੋ ਹੀ ਵਿਲ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਤੁਸੀਂ ਸ਼ੇਅਰ ਕਰੋ ਆਪਣੇ ਕੋਈ ਵਿਊ ਭਗਤ ਰਵਿਦਾਸ ਜੀ ਬਾਬਤ। ਹਾਂਜੀ ਬਹੁਤ ਧੰਨਵਾਦ ਜੀ। ਮੈਂ ਨਾ ਭਗਤ ਜੀ ਬਾਰੇ ਜਿਹੜਾ ਇੱਕ ਥੋੜਾ ਕੁਝ ਕੋਸ਼ਿਸ਼ ਕੀਤੀ ਕਿਸੇ ਬੁੱਕ ਵਿੱਚੋਂ ਦੇਖਣ ਦੀ। ਉਹਨਾਂ ਦਾ ਜਿਹੜਾ ਸਮਾਂ ਹੈਗਾ ਵੈ ਉਹਦੇ ਬਾਰੇ ਕੁਝ ਅੰਦਾਜ਼ਾ ਜਿਹਾ ਹੈਗਾ ਕਿ 1384 ਤੋਂ ਲੈ ਕੇ ਤੇ 1514 ਦੇ ਵਿੱਚ ਜਿਹੜਾ ਇਹਦੇ ਦੌਰਾਨ ਦਾ ਉਹਨਾਂ ਨੇ ਮੰਨਿਆ। ਮਤਲਬ ਕੋਈ ਇਹਦੇ ਬਾਰੇ ਕੋਈ ਸ਼ਿਓਰ ਨਹੀਂ ਦੱਸਿਆ। ਤੇ ਜੇ ਡਾਕਟਰ ਸਾਹਿਬ ਨੂੰ ਜੇ ਇਸ ਬਾਰੇ ਕੁਝ ਹੋਰ ਹੋਵੇ ਪਤਾ ਜ਼ਿਆਦਾ ਕਿ ਉਹਨਾਂ ਦਾ ਜਨਮ ਜਿਹੜਾ ਸੀਗਾ ਵੀ ਕਿੱਥੇ ਹੋਇਆ, ਕਿਸ ਸਥਾਨ ਤੇ ਹੋਇਆ। ਤੇ ਇਹ ਡਾਕਟਰ ਸਾਹਿਬ ਅਸੀਂ ਇਹ ਪਿੱਛਾ ਕਿਤੇ ਫੇਰ ਲਵਾਂਗੇ, ਕਿਉਂਕਿ ਸਾਡਾ ਜਿਹੜਾ ਮੇਨ ਪਰਪਸ ਹੈ ਅੱਜ ਇਹ ਹੈ ਬਾਣੀ ਤੇ ਉਹ ਤੇ ਜਿਹੜੀ ਹੈਗੀ ਹੈ ਲੈਸਨਸ ਕੀ ਨੇ ਇਹਨਾਂ ਦਾ। ਜਿਹੜੀ ਉਹਨਾਂ ਦੀ ਵੈਸੇ ਜਨਮ ਪਤਾ ਜਾਂ ਉਹਦੇ ਵੱਲ ਅਸੀਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਉਸ ਪਾਸੇ ਡਿਵੋਟ ਕਰਨ ਦੇ ਲਈ ਅੱਜ, ਪਰ ਕਿਸੇ ਅੱਗੇ ਸੈਸ਼ਨ ਦੇ ਵਿੱਚ ਆਪਾਂ ਇਹ ਗੱਲ ਲੈ ਸਕਦੇ ਹਾਂ। ਚਲੋ ਹਾਂਜੀ ਟਾਈਮ 1500 ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਜੀ ਤੁਸੀਂ ਵਾਚ ਕਰ ਰਹੇ ਆ ਪ੍ਰੋਗਰਾਮ। ਹੈਲੋ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਜੀ ਤੁਸੀਂ ਆਪਣੇ ਅਨਮਿਊਟ ਕਰੋ, ਕੋਈ ਆਪਣੇ ਵਿਚਾਰ ਸਾਂਝੇ ਕਰੋ। ਹਾਂਜੀ ਵੈਸੇ ਤੇ ਆਪ ਸਭ ਜੀ ਨੇ ਬਹੁਤ ਹੀ ਵਧੀਆ ਸਾਰਾ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਐਕਸਪਲੇਨ ਕਰ ਦਿੱਤਾ ਹੈ, ਬਟ ਮੈਂ ਇੱਥੇ ਥੋੜਾ ਜਿਹਾ ਨਾ ਕਹਾਂਗੀ ਕਿ ਭਗਤ ਜੀ ਸਾਨੂੰ ਸਮੁੱਚੀ ਮਨੁੱਖਤਾ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਭਈ ਇਹ ਸੰਸਾਰ ਵਿੱਚ ਜਿਹੜਾ ਵੀ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਉਹਨੂੰ ਦੁਨੀਆ ਚਾਹੇ ਕੁਛ ਵੀ ਮਰਜ਼ੀ ਕਹੇ, ਪਰ ਜਦੋਂ ਉਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਹੈ ਤੇ ਉਹਦਾ ਸਾਰੀ ਦੁਨੀਆ ਦੇ ਅੰਦਰ, ਵਿਸ਼ਵ ਵਿੱਚ, ਸੰਸਾਰ ਵਿੱਚ ਉਸ ਦੇ ਨਾਮ ਦੀ ਮਾਨਤਾ ਹੁੰਦੀ ਹੈ। ਇਸੇ ਕਰਕੇ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਇਸ ਸੰਸਾਰ ਵਿੱਚ ਉਹਨਾਂ ਦਾ ਨਾਮ ਇੰਨਾ ਕੁ ਪ੍ਰਗਟ ਹੋਇਆ ਕਿ ਅੱਜ ਅਸੀਂ ਕਿਸੇ ਨੂੰ ਪੁੱਛੀਏ ਨਾ ਕਿ ਭਗਤ ਰਵਿਦਾਸ ਜੀ ਦੇ ਸਮੇਂ ਉਹਨਾਂ ਬ੍ਰਾਹਮਣਾਂ, ਉਹਨਾਂ ਪੰਡਿਤਾਂ ਦਾ ਕੀ ਨਾਮ ਸੀ ਜੋ ਭਗਤ ਰਵਿਦਾਸ ਜੀ ਨੂੰ ਨੀਵੀਂ ਜਾਤ ਵੱਲ ਆਖਦੇ ਸਨ, ਛੋਟਾ ਤੇ ਸ਼ੁੱਧਰ ਆਖਦੇ ਸਨ। ਜਾਂ ਕਿਸੇ ਨੂੰ ਪੁੱਛੀਏ ਕਿ ਭਗਤ ਰਵਿਦਾਸ ਜੀ ਦੇ ਵਕਤ ਕਿਸ ਬਾਦਸ਼ਾਹ ਦੀ ਹਕੂਮਤ ਸੀ, ਉਹ ਵੀ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ। ਪਰ ਬਾਦਸ਼ਾਹ ਦਾ ਨਾਮ ਕੀ ਸੀ ਇਹਦੇ ਬਾਰੇ, ਜਾਂ ਬ੍ਰਾਹਮਣਾਂ ਪੰਡਤਾਂ ਦੇ ਕੀ ਨਾਮ ਸਨ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਪਰ ਅੱਜ ਭਗਤ ਰਵਿਦਾਸ ਜੀ ਦੇ ਨਾਮ ਨੂੰ ਬੱਚਾ ਬੱਚਾ ਜਾਣਦਾ ਹੈ। ਕਿਉਂ ਜਾਣਦਾ ਹੈ? ਕੇਵਲ ਤੇ ਕੇਵਲ ਨਾਮ ਜਪਣ ਕਰਕੇ। ਕਿਉਂਕਿ ਜੇ ਪਰਮਾਤਮਾ ਜੁਗੋ ਜੁਗ ਅਟਲ ਹੈ ਤੇ ਜਿਹੜੇ ਉਸ ਪਰਮਾਤਮਾ ਦਾ ਨਾਮ ਨਾਲ ਜੁੜਦੇ ਨੇ ਉਹ ਵੀ ਜੁਗੋ ਜੁਗ ਅਟਲ ਹੋ ਜਾਂਦੇ ਨੇ। ਇਸੇ ਕਰਕੇ ਭਗਤ ਰਵਿਦਾਸ ਜੀ ਸਾਨੂੰ ਇਹੀ ਸੁਨੇਹਾ ਦੇ ਰਹੇ ਨੇ, ਇਹੀ ਸਾਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਪ ਕੇ ਦੁਨੀਆ ਦੇ ਅੰਦਰ ਮਨੁੱਖ ਕਿਸੇ ਬੰਦੇ ਦਾ ਮਾਣ ਕਰੇ। ਯਾਦ ਰੱਖਿਓ, ਕਿਸੇ ਦਾ ਭਰੋਸਾ ਲੈ ਕੇ ਤੁਰਦੇ ਹੋ ਉਹ ਬੰਦੇ ਸਾਥ ਛੱਡ ਜਾਂਦੇ ਹਨ, ਪਰ ਜਦੋਂ ਤੁਸੀਂ ਪਰਮਾਤਮਾ ਦਾ ਭਰੋਸਾ, ਪਰਮਾਤਮਾ ਦੀ ਆਸ ਲੈ ਕੇ ਤੁਰੋਗੇ ਨਾ ਤੇ ਯਕੀਨ ਰੱਖਿਓ, ਭਰੋਸਾ ਰੱਖ ਕੇ ਤੁਰਿਓ ਸਤਿਗੁਰਾਂ ਤੇ, ਸਤਿਗੁਰ ਤੁਹਾਡਾ ਸਾਥ ਕਦੀ ਨਹੀਂ ਛੱਡਣਗੇ। ਹਜ਼ੂਰ ਨੇ ਇੱਥੇ ਇਸੇ ਨੂੰ ਤਾਂ ਆਖਿਆ, ਹਜ਼ੂਰ ਆਖਦੇ ਨੇ ਸੋ ਸਤਿਗੁਰ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇਸੇ ਕਰਕੇ ਸਤਿਗੁਰਾਂ ਦੇ ਨਾਲ, ਸ਼ਬਦ ਦੇ ਨਾਲ ਭਰੋਸਾ ਅਤੇ ਅਕੀਦਾ ਸਾਡਾ ਬਣਿਆ ਰਹੇ। ਇਹ ਸਾਨੂੰ ਭਗਤ ਰਵਿਦਾਸ ਜੀ ਨੇ ਸਿੱਖਿਆ ਦਿੱਤੀ ਹੈ ਤੇ ਇਹ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ। Thank you ji for sharing your beautiful views. I'm going back to Dr. Vasu now. Dr. Vasu, ਦੇਖੋ ਭਗਤ ਰਵਿਦਾਸ ਜੀ ਦੇ ਜੀਵਨ ਬਾਬਤ ਇਹ ਵੀ ਕਿਹਾ ਜਾਂਦਾ ਉਹ ਸਿਰਫ ਇਕੱਲੇ ਬਨਾਰਸ ਚ ਨਹੀਂ, ਉਹਨਾਂ ਕਾਫੀ ਗੁਰੂ ਨਾਨਕ ਸਾਹਿਬ ਵਾਂਗੂ ਉਹ ਕਾਫੀ ਸੂਬਿਆਂ ਦੇ ਵਿੱਚ ਗਏ ਨੇ ਭਲੇ।
ਹੈਲੋ ਡਾਕਟਰ ਵਾਸੂ। ਹਾਂਜੀ ਹਾਂਜੀ, ਉਹ ਦਰਅਸਲ ਉਹਨਾਂ ਦੀ ਮਾਨਤਾ ਜਿਹੜੀ ਹੈ ਤਾਂ ਹੀ ਹੋਈ ਹੈ ਕਿ ਉਹਨਾਂ ਪ੍ਰਚਾਰ ਆਲੇ ਦੁਆਲੇ ਕੀਤਾ। ਉਹ ਜਿਹੜੀ ਰਾਣੀ ਝਾਲੀ ਸੀ, ਝਾਲਾ ਰਾਣੀ ਚਿਤੌੜ ਦੀ ਰਾਣੀ ਸੀ, ਔਰ ਮੀਰਾ ਜਿਹੜੀ ਭਾਈ ਹੈ, ਜਿਹੜੀ ਭਗਤੀ ਮੱਤ 'ਚ ਬਹੁਤ ਉੱਚੀ ਪ੍ਰਤਿਭਾ ਵਾਲੀ ਹੈ, ਉਹ ਵੀ ਉਹਨਾਂ ਦੇ ਚੇਲੀਆਂ ਬਣੀਆਂ ਸਨ। ਅਸਲ ਵਿੱਚ ਉਹਨਾਂ ਦੀ ਜੋ ਨਿਰਭੈਤਾ ਹੈ ਉਹ ਬਹੁਤ ਜ਼ਿਆਦਾ। ਇੱਕ ਜਗ੍ਹਾ ਨਾ ਉਹਨਾਂ ਨੇ ਕਿਹਾ ਵੀ ਰੱਬ ਦਾ ਜਨ ਬਣਨਾ ਚਾਹੀਦਾ ਸਾਨੂੰ, ਤੇ ਜਨ ਦੀ ਜੇ ਵਿਸ਼ੇਸ਼ਤਾ ਕੀ ਹੈ, ਜਿਹੜਾ ਰੱਬ ਦਾ ਜਨ ਹੈ ਉਹ ਸੰਪਤ ਵਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਨਾ ਹੋਤ ਤੇਰੋ ਜਨ। ਜਾਇਦਾਦਾਂ ਦੀ ਮੰਜ਼ਿਲ ਨਹੀਂ ਪਾਉਂਦਾ, ਜਾਇਦਾਦ ਨੂੰ ਆਸ਼ਾ ਨਹੀਂ ਬਣਾਉਂਦਾ, ਮਾਇਆ ਤੇ ਧਨ ਨੂੰ ਉਹ ਆਪਣਾ ਆਦਰਸ਼ ਨਹੀਂ ਬਣਾਉਂਦਾ, ਉਹ ਮਗਨ ਨਹੀਂ ਹੁੰਦਾ। ਅੱਜ ਕੱਲ ਜਿਹੜੇ ਲੋਕ ਨੇ, ਮੈਂ ਜਿਹੜੇ ਰੈਲੇਵੈਂਸੀ ਦੇਖਦਾ ਅੱਜ ਕੱਲ ਦੇ ਯੁੱਗ ਵਿੱਚ, ਉਹਨਾਂ ਦੀ ਪ੍ਰਸੰਗਿਕਤਾ ਦੇਖਦਾ, ਤੇ ਅੱਜ ਜਿਹੜੇ ਜਨ ਨੇ, ਭਗਤ ਬਣੇ ਹੋਏ ਨੇ, ਉਹ ਸਿਵਾਏ ਜਾਇਦਾਦਾਂ ਤੋਂ ਹੋਰ ਉਹਨਾਂ ਨੂੰ ਕੰਮ ਹੀ ਕੋਈ ਨਹੀਂ, ਮਾਇਆ ਧਨ ਜੋੜਨ 'ਚ ਲੱਗੇ ਹੋਏ ਨੇ। ਮੈਂ ਇੱਕ ਪਹਿਰਾ ਵੀ ਲਿਖਿਆ ਸੀ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਜਿਹੜਾ ਮਾਇਆ ਲਈ ਹਾਏ ਹਾਏ ਕਰਦਾ, ਭਗਤ ਜਨ ਉਹ ਨਹੀਂ ਅਖਵਾ ਸਕਦਾ। ਜਿਹੜਾ ਧਰਤ ਮਾਂ ਦੀ ਮਿੱਟੀ ਰੋਲਦਾ ਏ, ਉਹ ਰੱਬ ਨੂੰ ਕਿਵੇਂ ਰਿਝਾ ਸਕਦਾ। ਰੇਤਾ ਵੇਚ ਕੇ ਉਹ ਅਚੇਤ ਗਾਫਲ ਹੇਤ ਪ੍ਰੀਤਮ ਦਾ ਕਿਵੇਂ ਪਾ ਸਕਦਾ। ਨਾ ਹੀ ਸ਼ਰਮ ਪੱਲੇ ਨਾ ਹੀ ਧਰਮ ਪੱਲੇ, ਕੁੰਡਾ ਰੱਬ ਦਾ ਕਿਵੇਂ ਖੜਕਾ ਸਕਦਾ। ਟੋਏ ਵਿੱਚ ਇਖਲਾਕ ਦੇ ਪਾ ਕੇ ਤੇ ਸੁੰਦਰ ਘਰ ਦੇ ਟੋਏ ਬਣਾ ਸਕਦਾ। ਓਏ ਹੋਰਾਂ ਲਈ ਜੋ ਖੱਡੇ ਖੋਟਦਾ ਏ, ਆਪਾ ਡਿੱਗਣੋਂ ਨਹੀਂ ਬਚਾ ਸਕਦਾ। ਇਸ ਤਰ੍ਹਾਂ ਉਹਨਾਂ ਨੇ ਦੇਖੋ, ਜਿਹੜੀ ਰੈਲੇਵੈਂਸੀ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਭਗਤ ਗੁਰੂ ਰਵਿਦਾਸ ਅੱਜ ਵੀ ਜ਼ਿੰਦਾ ਨੇ ਸੰਦੇਸ਼ ਕਰਕੇ, ਉਹ ਕਹਿੰਦੇ ਨੇ ਜਿਹੜੀ ਮਾਇਆ ਸਾਡੇ ਜੀਵਨ ਨੂੰ ਛਲ ਰਹੀ ਏ, ਸਾਨੂੰ ਉਸ ਨੂੰ ਛੱਡਣਾ ਚਾਹੀਦਾ ਹੈ। ਪਾਪ ਜਾਲਣੇ ਲਈ ਸਰੀਰ ਵਿੱਚੋਂ ਸਾਨੂੰ ਲੱਟ ਬਲਣਾ ਚਾਹੀਦਾ। ਸਾਡੇ ਗਿਆਨ ਵਿੱਚ ਇੰਨੀ ਬ੍ਰਹਮ ਅਗਨੀ ਜਿਹੜੀ ਹੈ ਹੋਵੇ ਕਿ ਉਹ ਜਾਲ ਕੇ ਸੁੱਟ ਦੇਵੇ। ਮਨੁੱਖ ਬਣਦਾ ਹੀ ਤਾਂ ਹੈ ਜੇ ਉਹ ਮਾਇਆ ਨੂੰ ਪਾਸੇ ਕਰਦਾ। ਮਾਇਆ ਤਾਂ ਵਰਤਣੀ ਹੈ, ਮਾਇਆ ਸਾਡੀ ਦਾਸੀ ਹੋਣੀ ਚਾਹੀਦੀ ਏ, ਅਸੀਂ ਦਾਸ ਨਹੀਂ ਬਣਨਾ ਚਾਹੀਦਾ। ਤੇ ਉਹਨਾਂ ਨੇ ਇਹ ਜਿਹੜੀ ਲੋਕ ਪਰਲੋਕ ਦੇ ਸੁੱਖ ਸਾਰੇ ਜਿਹੜੇ ਨੇ ਉਹ ਸਾਡੇ ਝੋਲੀ ਪਾਏ ਨੇ। ਉਹ ਐਸੀ ਬਾਦਸ਼ਾਹੀ, ਉਹ ਕਹਿੰਦੇ ਨੇ ਬੇਗਮਪੁਰੇ ਦਾ ਆਸ਼ਾ ਜੋ ਗੁਰਾਂ ਦਿੱਤਾ, ਸਾਡਾ ਆਦਰਸ਼ ਸਮਾਜ ਬਣਾ ਸਕਦਾ। ਵੰਡ ਵਿਤਕਰੇ ਵੈਰ ਵਿਰੋਧ ਸਾਰੇ ਇੱਕ ਪਲਕ ਦੇ ਵਿੱਚ ਗਵਾ ਸਕਦਾ। ਸਾਰੇ ਵਤਨ ਨੂੰ ਮਤ ਸਮਤ ਦੇ ਕੇ ਖੂਬ ਵਤਨ ਦੇ ਸ਼ਹਿਰੀ ਬਣਾ ਸਕਦਾ, ਤੇ ਡਗਮਗ ਡੋਲਦੀ ਬੇੜੀ ਜ਼ਿੰਦਗੀ ਨੂੰ ਮੰਝ ਧਾਰ ਚੋਂ ਪਾਰੋਂ ਲਾ ਸਕਦਾ। ਲੋਕ ਪਰਲੋਕ ਦੇ ਸੁੱਖ ਸਾਰੇ ਉਹ ਸਾਡੀ ਝੋਲੀ 'ਚ ਪਾ ਸਕਦਾ। ਉਹ ਕਾਇਮ ਦਾਇਮ ਦੀ ਪਾਤਸ਼ਾਹੀ ਦੇ ਕੇ ਤੇ ਰੱਬੀ ਮਹਿਲ ਦੇ ਵਾਸੂ ਬਣਾ ਸਕਦਾ। ਉਹ ਕਾਹਦੇ ਲਈ ਪੂਜਦੇ ਹਾਂ ਗੁਰੂ ਰਵਿਦਾਸ ਨੂੰ? ਉਹਨਾਂ ਨਾਮ ਦਾ ਵਣਜ ਵਪਾਰ ਕੀਤਾ, ਜੁੱਤੀਆਂ ਗੰਢੀਆਂ, ਧਰਮ ਦੀ ਕਿਰਤ ਕੀਤੀ, ਮੰਦੇ ਕੰਮੇ ਨਹੀਂ ਕਾਲਾ ਬਾਜ਼ਾਰ ਕੀਤਾ। ਉਹ ਆਪਣੇ ਲਾਲ ਪਿਆਰੇ ਨੂੰ ਮੰਨਣੇ ਲਈ ਉਹਨਾਂ ਦੇਈ ਤੇ ਖਿਮਾ ਸ਼ਿੰਗਾਰ ਕੀਤਾ ਤੇ ਪਾਰਸ ਗੁਰੂ ਦੇ ਮੇਲ ਮਿਲਾਪ ਤਾਈਂ ਮਾਣਕ ਮੋਤੀਆਂ ਦਾ ਗਲੇ ਹਾਰ ਕੀਤਾ। ਤੇ ਆਖਰੀ ਦੋ ਲਾਈਨਾਂ ਕਿ ਵਿਵੇਕ ਬੁੱਧ ਨੂੰ ਜਿਹੜਾ ਵਰਤਦਾ ਨਹੀਂ, ਸੂਝ ਆਪਣੀ ਉਹ ਗਵਾ ਲੈਂਦਾ। ਨਜ਼ਰ ਗੁਰੂ ਤੋਂ ਜਿਹੜਾ ਡਿੱਗ ਜਾਵੇ, ਨਰਕ ਆਪਣਾ ਜੀਵਨ ਬਣਾ ਲੈਂਦਾ। ਤੇ ਜਿਹੜਾ ਰੱਬ ਦਾ ਨਾਮ ਯੋਗ ਛੱਡਦਾ, ਰੋਗ ਮਾਇਆ ਦਾ ਉਹ ਲਾ ਲੈਂਦਾ। ਤੇ ਮਾਇਆ ਨਾਗਣੀ ਦੇ ਡੰਗ ਖਾ ਕੇ ਆਪਣੀ ਦੇਹ ਨੂੰ ਜ਼ਹਿਰੀ ਬਣਾ ਲੈਂਦਾ। ਉਹ ਜਿਹੜੇ ਅਗਿਆਨ ਨਾਲ ਯਾਰੀ ਪਾਲਦੇ ਰਹੇ, ਉਹ ਜੀਵਨ ਉਹਨਾਂ ਦਾ ਖੂਚ ਪੈ ਗਿਆ ਏ।
ਤੇ ਜਿਹੜੇ ਧਨ ਲਈ ਰੇਤਾ ਛਾਣਦੇ ਸੀ, ਰੇਤਾ ਜੇਲ੍ਹਾਂ ਵਿੱਚ ਉਹਨਾਂ ਨੂੰ ਲੈ ਗਿਆ। ਅੱਜ ਰੇਤੇ ਜਿਹੜੇ ਵੇਚਦੇ ਨੇ, ਜੇਲ੍ਹਾਂ 'ਚ ਫਿਰਦੇ ਨੇ, ਉਹ ਵੀ ਕਹਿੰਦੇ ਨੇ ਸਾਡੀ ਜਾਤ ਜਿਹੜੀ ਹੈ ਉਹ ਭਗਤ ਰਵਿਦਾਸ ਹੀ ਹੈ। ਗੁਰੂ ਰਵਿਦਾਸ ਖਲਾਸ ਚਮਾਰਾ, ਉਹ ਕਹਿੰਦੇ ਨੇ ਮੈਂ ਚਮਾਰ ਹਾਂ ਪਰ ਮੈਂ ਮੁਕਤ ਚਮਾਰ ਹਾਂ, ਮੈਂ ਸੁਤੰਤਰ ਚਮਾਰ ਹਾਂ। ਦੇਖੋ, ਖਲਾਸੀ ਤੇ ਵਿਵੇਕ ਬੁੱਧ ਦੋ ਚੀਜ਼ਾਂ ਨੇ ਗੁਰੂ ਰਵਿਦਾਸ ਦੀ ਬਾਣੀ ਦੇ ਵਿੱਚ, ਇੱਕ ਵਿਵੇਕ ਬੁੱਧ, ਇੱਕ ਸੁਤੰਤਰਤਾ। ਉਹ ਕਹਿੰਦੇ ਮੈਂ ਚਮਾਰ ਹਾਂ ਪਰ ਆਜ਼ਾਦ ਚਮਾਰ ਹਾਂ, ਸੁਤੰਤਰ ਹਾਂ ਕਿਉਂਕਿ ਮੈਂ ਸੁਤੰਤਰ ਰੱਬ 'ਚ ਮਿਲ ਗਿਆ। ਤੋ ਇਸ ਤਰ੍ਹਾਂ ਦੇ ਵਿਚਾਰ, ਇਨਕਲਾਬੀ ਵਿਚਾਰ, ਰੈਵੋਲੂਸ਼ਨਰੀ ਵਿਚਾਰ ਜਿਹੜੇ, ਥੈਂਕ ਯੂ ਜੀ, ਦੈਟਸ ਬਿਊਟੀਫੁਲ ਗੱਲ ਕੀਤੀ ਹੈ ਉਹਨਾਂ। ਧੰਨਵਾਦ। very nice ਜੀ, thank you. Going back to ਗਿਆਨੀ ਧਰਮ ਜੀ, ਬਾਵਜੂਦ ਇਹਦੇ ਕਿ ਵੀ ਭਗਤ ਰਵਿਦਾਸ ਜੀ ਦੇ ਜਿਹੜੇ ਸ਼ਬਦ ਨੇ ਇੰਨੇ ਸੁੰਦਰ ਤੇ ਇੰਨੇ ਉਤਸ਼ਾਹ ਵਾਲੇ, ਇੰਨੇ ਸੁਤੰਤਰਤਾ ਤੇ ਉਪਦੇਸ਼ ਕਰਦੇ ਨੇ, ਤੇ ਕੀ ਬਾਵਜੂਦ ਇਹ ਸੁਣਦੇ ਆ, ਅਸੀਂ ਪੜ੍ਹਦੇ ਵੀ ਆ, ਗਾਉਂਦੇ ਵੀ ਆ, ਪਾਠ ਵੀ ਕਰਦੇ ਆ, ਫੇਰ ਸਾਡੇ ਵਿੱਚ ਜਾਤ ਪਾਤ ਦਾ ਚੱਕਰ ਕਿਉਂ ਨਹੀਂ ਖਤਮ ਹੁੰਦਾ? ਡਾਕਟਰ ਸਾਹਿਬ ਜੀ, ਗੱਲ ਇਹ ਆ ਵੀ ਜਿਹੜਾ ਜਾਤ ਪਾਤ ਆ ਨਾ ਜੀ, ਇਹ ਤੇ ਇੱਥੋਂ ਤੱਕ ਅੰਦਰ ਜਿੱਦਾਂ ਖੂਨ ਦੇ ਵਿੱਚ ਰਚ ਜਾਂਦੀ ਆ ਨਾ, ਉਦਾਂ ਦਾ ਹਾਲ ਹੋਇਆ ਪਿਆ। ਨਹੀਂ ਤੇ ਪਤਾ ਸਭ ਨੂੰ ਆ, ਜਦੋਂ ਕਿਤੇ ਕੋਈ ਗੱਲ ਹੁੰਦੀ ਆ ਹਰ ਇੱਕ ਨੂੰ ਮੰਨਣੀ ਪੈਂਦੀ ਆ ਕਿ ਜਾਤ ਪਾਤ ਦਾ ਕੋਈ ਹੈ ਨਹੀਂ। ਤੇ ਭਗਤਾਂ ਨੇ ਇਸ ਗੱਲ ਨੂੰ ਸਿੱਧ ਵੀ ਕਰ ਦਿੱਤਾ ਕਿ ਆਪਣੇ ਜੀਵਨ ਕਰਕੇ, ਆਪਣੇ ਆਚਰਣ ਕਰਕੇ, ਆਪਣੇ ਕਰਮ ਕਰਕੇ, ਕਿ ਉਹ ਜਿਹੜੇ ਪੰਡਿਤ ਲੋਕ ਉੱਚੀਆਂ ਜਾਤੀਆਂ ਕਹਿਣ ਵਾਲੇ, ਤੇ ਉਹਨਾਂ ਦੇ ਬਾਰੇ ਵੀ ਆਉਂਦਾ ਆ ਕਿ ਜਿਹੜੇ ਬਨਾਰਸ ਦੇ ਪੰਡਿਤ ਸੀਗੇ ਉਹ ਵੀ ਭਗਤ ਰਵਿਦਾਸ ਜੀ ਦੇ ਚਰਨੀ ਆ ਕੇ ਪੈਂਦੇ ਰਹੇ। ਤੇ ਹੁਣ ਇਹਨਾਂ ਦੇ, ਕਿਉਂਕਿ ਜਿਹੜਾ ਸਭ ਤੋਂ ਹੈਗਾ ਭਗਤ ਰਵਿਦਾਸ ਜੀ ਦਾ, ਉਹ ਜਿਵੇਂ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਆ ਕਿ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਤੇ ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਤੇ ਭਗਤ ਰਵਿਦਾਸ ਜੀ ਦਾ ਵੀ ਬਿਲਕੁਲ ਇਹਦੇ ਨਾਲ ਮਿਲਦਾ ਆ ਕਿ ਕਹਾ ਭਇਓ ਜੋ ਤਨ ਭਇਓ ਛਿਨ ਛਿਨ, ਕਿ ਜੇ ਟੁਕੜੇ ਟੁਕੜੇ ਸਰੀਰ ਹੋ ਜਾਏ ਤੇ ਫਿਰ ਕੀ ਹੋਊਗਾ। ਪਰ ਕਹਿੰਦੇ ਪ੍ਰੇਮ ਜਾਏ ਤਾਂ ਉਹ ਡਰ ਪੈ ਤੇਰੋ ਜਾਨ, ਪਰ ਜਿਹੜਾ ਤੇਰੀ ਪ੍ਰੀਤ ਜਿਹੜੀ ਆ ਉਹ ਜਾਵੇ ਤੇ ਮੈਨੂੰ ਡਰ ਲੱਗਦਾ ਆ। ਫਿਰ ਉਹਨਾਂ ਨੇ ਜਿਵੇਂ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਆ ਕਿ ਕਬੀਰਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਨਾਮਦੇਵ ਜੀ ਤੇ ਤਲੋਚਨ ਜੀ ਦਾ ਜ਼ਿਕਰ ਕੀਤਾ। ਤੇ ਭਗਤ ਰਵਿਦਾਸ ਜੀ ਨੇ ਕਬੀਰ ਜੀ ਦਾ ਤੇ ਨਾਮਦੇਵ ਜੀ ਦਾ ਵੀ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਆ, ਜਦੋਂ ਕਹਿੰਦੇ ਨੇ ਹਰ 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 ਹਰੇ, ਹਰ ਸਿਮਰਤ ਜਨ ਗਏ ਨੇਸਤਰ ਤਰੇ ਰਹਾਉ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਨਾਮ ਨਿਮਤ ਨਾਮ ਦਿਓ दूध पी आया, तो जग जन्म संकट नहीं आया। जन रविदास राम रंग राता, इਉਂ गुर प्रसाद नरक नहीं जाता। ਇਹ ਉਹਨਾਂ ਦੀ ਵਡਿਆਈ ਆ ਕਿ ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਹੜਾ ਉਹ ਕਿੰਨਾ ਉੱਚਾ ਹੁੰਦਾ ਆ। ਫਿਰ ਭਗਤ ਰਵਿਦਾਸ ਜੀ ਨੇ, ਕਿਉਂਕਿ ਭਗਤਾਂ ਨੇ ਵਾਹਿਗੁਰੂ ਜੀ ਨੂੰ ਆਪਣਾ ਆਪਾ ਸਮਰਪਣ ਕੀਤਾ ਆ, ਪਰ ਐਨੇ ਪਿਆਰ ਦੇ ਵਿੱਚ ਗਰੂੰਡ ਹੋ ਗਏ ਕਿ ਉਹਦੇ ਨਾਲ ਜਿੱਦ ਵੀ ਲਾ ਲੈਂਦੇ ਰਹੇ ਨੇ। ਜਿੱਦਾਂ ਭਗਤ ਰਵਿਦਾਸ ਜੀ ਦਾ ਹੀ ਸ਼ਬਦ ਵਾ, ਜਦੋਂ ਉਹ ਕਹਿੰਦੇ ਨੇ ਜੋ ਹਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਜਿੱਦ ਆ ਨਾ ਕਿ ਤੁਸੀਂ ਸਾਨੂੰ ਬੱਧਾ ਮੋਹ ਦੇ ਫਾਈ ਚ ਤੇ ਅਸੀਂ ਬਣ ਲਿਆ ਪ੍ਰੇਮ ਚ, ਅਸੀਂ ਤੇ ਛੁੱਟ ਗਏ, ਤੂੰ ਜਪ ਤੂੰ ਛੁੱਟ ਕੇ ਦੱਸ। ਇਹ ਪਿਆਰ। That's beautiful. ਹਾਂਜੀ। ਤੇ ਫਿਰ ਕਹਿੰਦੇ ਵੀ ਮੇਰੀ ਇੱਥੋਂ ਤੱਕ ਪ੍ਰੀਤ ਬਣ ਗਈ ਆ, ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਕਹਿੰਦੇ ਹੁਣ ਦੇਖੋ ਮੱਛੀ ਦੀ ਉਦਾਹਰਨ ਦੇ ਦਿੱਤੀ, ਕਹਿੰਦੇ ਮੀਨ ਪਕੜ ਫਾਂਕਿਓ ਆਰ ਕਾਟਿਓ, ਰਾਂਦ ਕਿਉ ਬਹੁ ਬਾਨੀ, ਮੈਂ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰੈ ਪਾਣੀ। ਕਹਿੰਦੇ ਕਿ ਜਿੱਦਾਂ ਕਿ ਮੱਛੀ ਆ, ਉਹਨੂੰ ਫੜ ਕੇ ਟੋਟੇ ਟੋਟੇ ਕਰਕੇ ਰਿੰਨ ਕੇ ਖਾ ਵੀ ਲਿਆ ਤੇ ਪਾਣੀ ਫਿਰ ਨਹੀਂ ਵਿਛੜਦਾ। ਕਹਿੰਦੇ ਜਦੋਂ ਮੱਛੀ ਜਿਹੜੀ ਇਹਦਾ ਆਪਾਂ ਨੂੰ ਤੇ ਪਤਾ ਨਹੀਂ ਆ, ਹੁਣ ਖਾਧੀ ਨਹੀਂ ਕਦੇ,
ਪਰ ਕਹਿੰਦੇ ਆ ਕਿ ਇਹਦਾ ਮਾਸ ਬੜਾ ਕਰਾਰਾ ਹੁੰਦਾ ਆ, ਤੇ ਜਿਹੜਾ ਬੰਦਾ ਪੀ ਲੈਂਦਾ ਤੇ ਉਹ ਪਾਣੀ ਬੜਾ ਫਿਰ ਉਹਨੂੰ ਤੇਹ ਲੱਗਦੀ ਆ, ਤੇ ਉਹ ਮੰਨ ਮੱਛੀ ਜਿਹੜੀ ਆ ਉਹ ਪਾਣੀ ਜਿਹੜੀ ਆ ਉਹਨੂੰ ਮੰਗਦੀ ਆ। ਫਿਰ ਜਿਹੜੀ ਗੱਲ ਅੱਗੇ ਕਰਕੇ ਗਏ ਆ ਸਰਦਾਰ ਜਸਬੀਰ ਸਿੰਘ ਜੀ ਭਾਟੀਆ ਜੀ, ਤੇ ਉਹਨਾਂ ਦੀ ਨਿਡਰਤਾ, ਕਹਿੰਦੇ ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਕਹਿੰਦੇ ਰੱਬ ਜਿਹੜਾ ਕਿਸੇ ਦੇ ਪਿਓ ਦਾ ਨਹੀਂ ਆ ਕਿ ਕੋਈ ਉੱਚੀ ਜਾਤ ਵਾਲਾ ਕਵੇ ਵੀ ਇਹ ਮੇਰਾ ਆ, ਉਹ ਤੇ ਭਗਤੀ ਦਾ, ਭਾਵਨਾ ਦਾ ਤੇ ਪਿਆਰ ਦਾ ਬੱਝਾ ਹੋਇਆ। ਹਾਂਜੀ, thank you Ajit, very very nice sharing that. Again Harminder, I could go back to you now. My question is ਕਿ ਵੀ ਸਾਰੀਆਂ ਜਿਹੜੇ ਖਿਆਲਾਂ ਨੇ ਆਪਾਂ ਸ਼ੇਅਰ ਕਰ ਰਹੇ ਨੇ, the wonderful, ਪਰ ਬਾਵਜੂਦ ਇਸ ਦੇ ਜਿਹੜੀ ਸਾਡੀ ਐਕਚੁਅਲ ਲਾਈਫ ਆ ਉਹਦੇ ਕੋਈ ਫਰਕ ਨਹੀਂ ਪੈ ਰਿਹਾ। ਸਾਡੇ ਵਿੱਚ ਵੰਡੀਆਂ ਵੱਧ ਰਹੀਆਂ ਨੇ। ਜਿਹੜਾ ਰਵਿਦਾਸੀਆਂ ਦਾ ਚੱਕਰ, ਜਿਹੜਾ ਉਹਨਾਂ ਨੇ ਡੇਰੇ ਆਪਣੇ ਬਣਾਏ ਹੋਏ ਨੇ, ਰਾਮਗੜੀਆਂ ਦੇ ਆਪਣੇ ਗੁਰਦੁਆਰੇ ਨੇ, ਲਬਾਣਿਆਂ ਦੇ ਆਪਣੇ ਬਣੇ ਹੋਏ ਨੇ, ਨਾਮਦੇਵੀਆਂ ਦੇ ਆਪਣੇ ਬਣੇ ਹੋਏ ਨੇ, ਸਾਰਾ ਕੁਛ। ਉਹ ਅਸੀਂ ਸਾਰੇ ਕਹਿੰਦੇ ਹਾਂ ਏਕਤਾ ਏਕਤਾ ਏਕਤਾ। ਉਹ ਅਸੀਂ ਸਾਰੇ ਕਹਿੰਦੇ ਹਾਂ ਕਿ ਬਈ ਕੌਮਕਾਰ, ਤੇ ਅਸੀਂ ਸਾਰੇ ਕਹਿੰਦੇ ਹਾਂ ਕਿ ਬਈ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ, ਵਿਤਕਰਾ ਨਹੀਂ, ਇਹ ਗੱਲਾਂ ਸਾਡੀਆਂ ਜਿਹੜੀਆਂ ਕਰਨੀ ਤੇ ਕਹਿਣੀ ਦੇ ਵਿੱਚ ਬੜਾ ਫਰਕ ਹੈ। ਇਹਦਾ ਕੀ ਇਲਾਜ ਹੈ ਰਵਿੰਦਰ? ਇਹਦੇ ਵਿੱਚ ਦੇਖੋ, ਆਪਾਂ ਭਗਤ ਜੀ ਦੀ ਬਾਣੀ ਤੋਂ ਹੀ ਸਿੱਖਿਆ ਲੈ ਸਕਦੇ ਹਾਂ। ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਚੀਜ਼ ਸਟੈ। ਬਈ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਨਾਲ ਪ੍ਰੀਤ ਐ ਸੀ, ਮੈਂ ਤਾਂ ਆਪਣੀ ਜ਼ਿੰਦਗੀ ਨੂੰ, ਜਿੰਦੜੀ ਨੂੰ ਦਾਅ ਤੇ ਲੈ ਕੇ ਲਾਈ ਆ, ਤਾਂ ਤੇਰੇ ਨਾਲ ਲੱਗੀ ਆ, ਐਸੀ ਪ੍ਰੀਤ ਮੇਰੀ ਲੱਗੀ ਆ। ਪਰ ਸਾਡੇ ਜਗਿਆਸੂਆਂ ਦਾ ਕੀ ਆ? ਸਾਨੂੰ ਫ੍ਰੀ ਚ ਮਾਲ ਮਿਲਿਆ ਸਾਰਾ, ਸਾਨੂੰ ਉਹਦੀ ਕਦਰ ਹੀ ਹੈ ਨਹੀਂ, ਅਸੀਂ ਬੇਕਦਰੇ ਹੋਏ ਆ। ਜੋ ਗੁਰੂ ਮਹਾਰਾਜਾਂ ਦੀ ਦੇਣ ਹੈ, ਜੋ ਪ੍ਰਿੰਸੀਪਲ, ਜੋ ਸਮੇਂ ਦੇ ਹਾਲਾਤਾਂ ਨੂੰ ਉਹਨਾਂ ਨੇ ਚੈਲੰਜ ਕੀਤਾ, ਸੋਸ਼ਲ ਪੋਲੀਟੀਕਲ ਮੋਰਲ ਡਿਕੇ ਜਿਹੜਾ ਸੋਸਾਇਟੀ ਦੇ ਵਿੱਚ ਆਇਆ ਸੀ, ਉਹਨੂੰ ਵੰਗਾਰ ਪਾਈ ਐਂਡ ਗੇਵ ਇਟ ਡੰਕੇ ਤੇ ਚੋਟ ਲਾ ਕੇ ਟਰੂਥ, ਪੀਸ, ਲਵ ਐਂਡ ਜਸਟਿਸ ਐਂਡ ਇਕੁਐਲਿਟੀ ਆਫ ਮੈਨਕਾਈਂਡ ਦਾ ਉਪਦੇਸ਼ ਦਿੱਤਾ। ਅਸੀਂ ਉਹ ਸਾਡੇ ਪ੍ਰਿੰਸੀਪਲਸ ਤਾਂ ਬਣ ਗਏ, ਲੇਕਿਨ ਉਹ ਪ੍ਰਿੰਸੀਪਲਸ ਦੇ ਉੱਤੇ ਪਹਿਰਾ ਨਹੀਂ ਦਿੱਤਾ, ਕਿਉਂਕਿ ਉਹ ਜੀਵਨ ਦੇ ਵਿੱਚ ਕਮਾਇਆ ਨਹੀਂ। ਕਮਾਉਣ ਦੇ ਲਈ ਮਿਹਨਤ ਕਰਨ ਦੀ ਲੋੜ ਹੈ। ਅਸੀਂ ਮਿਹਨਤ ਕਰਕੇ ਰਾਜੀ ਨਹੀਂ। ਅਸੀਂ ਕਹਿੰਦੇ ਤੁਸੀਂ ਸੁਣਿਆ ਹੀ ਆ, ਤੁਸੀਂ ਇਹ ਕਮਰਸ਼ੀਅਲ ਬਿਜ਼ਨਸ ਬਣਿਆ, ਅਗਲਾ ਕਹਿੰਦਾ ਉੱਥੇ 100 ਰੁਪਈਆ ਦੇ ਦਿਓ ਜੀ, ਪਾਠ ਕਰਾ ਲੈਣੇ, ਅਖੰਡ ਪਾਠ ਸਾਹਿਬ ਦਾ ਤੁਹਾਡਾ ਨਾਂ ਹੋ ਜੂ, ਅਰਦਾਸ ਹੋ ਜੂਗੀ। ਇਸ ਤਰ੍ਹਾਂ ਦੇ ਭੇਖੀ ਜੀਵਨ ਦੇ ਵਿੱਚ ਅਸੀਂ ਪੈ ਗਏ ਹਾਂ, ਜਾਤਾਂ ਪਾਤਾਂ 'ਚ ਅਸੀਂ ਪੈ ਗਏ ਹਾਂ, ਕਿਉਂਕਿ ਜਿਹੜਾ ਉਪਦੇਸ਼ ਹੈ ਉਹਦੇ ਅਸੀਂ ਵਾਂਝੇ ਹੋ ਗਏ। ਉਹ ਉਪਦੇਸ਼ ਤੋਂ ਵਾਂਝੇ ਹੋਣ ਦੇ ਕਾਰਨ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਅਲੱਗ-ਅਲੱਗ ਜਿਹੜੇ ਸੈਕਟ ਨੇ, ਰਵਿਦਾਸੀਆਂ ਦਾ, ਰਾਮਗੜੀਆਂ ਦਾ, ਹਾਂਜੀ, ਕਬੀਰ ਪੰਥੀ ਨੇ, ਹੋਰ ਪੰਥੀ ਨੇ, ਇਹ ਜਿਹੜੇ ਬਣੇ ਨੇ ਕਿਉਂਕਿ ਅਸੀਂ ਉਹਨਾਂ ਮਹਾਰਾਜ ਦੇ ਉਪਦੇਸ਼ ਨੂੰ ਅਸੀਂ ਸਮਝੇ ਨਹੀਂ, ਜੀਵਨ 'ਚ ਕਮਾਇਆ ਨਹੀਂ, ਉਹਨਾਂ ਨੂੰ ਗੱਲ ਨਾਲ ਲਾਇਆ ਨਹੀਂ, ਉਹਨਾਂ ਨੂੰ ਅਸੀਂ ਜੋੜਿਆ ਨਹੀਂ, ਉਹਨਾਂ ਨੂੰ ਤਾਂ ਅਸੀਂ ਤੋੜਿਆ। ਅਸੀਂ ਇਹ ਸਾਡਾ ਇਲਾਜ ਕੀ ਹੈ ਇਹਦਾ? ਹਾਂਜੀ, ਇਹ ਤਾਂ ਗੱਲ ਹੋ ਗਈ, ਦੈਟਸ ਦ ਰੈਕਗਨਾਈਜ਼ਿੰਗ ਰਿਐਲਿਟੀਜ਼ ਐਜ਼ ਦੇ ਐਗਜ਼ਿਸਟ। ਪਰ ਸਵਾਲ ਇਹ ਆ ਹੁਣ ਇਸ ਦਾ ਇਲਾਜ ਕੀ ਹੈ? ਇਲਾਜ ਤਾਂ ਇਹ ਵੀ ਹੈਵ ਟੂ ਲਿਵ ਦ ਲਾਈਫ, ਜਿਹੜੀ ਜੀਵਨ ਦੇਣਾ ਪੈਣਾ ਨਾ ਜੀ। ਆਪਣੇ ਜੀਵਨ 'ਚ ਕਮਾਈ ਕਰਨ ਦੀ ਲੋੜ ਆ ਇੰਡੀਵਿਜੂਅਲ ਤੌਰ ਤੇ ਹਰਮਿੰਦਰ ਸਿੰਘ ਨੂੰ, ਤੇ ਉਹ ਪ੍ਰੈਕਟਿਸ ਕਰਨ ਦੀ ਲੋੜ ਆ। ਚੈਰਿਟੀ ਬਿਗਿਨਸ ਐਟ ਹੋਮ। I need to start with myself, with my family, my social circle, my surroundings, and the message spreads. ਜੇ ਅਸੀਂ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਹੀ ਇੱਕ ਦੂਜੇ ਨੂੰ, ਇੱਕ ਨੂੰ ਦੇਖ ਕੇ ਦੂਜੇ, ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਜਾਗ ਤਾਂ ਹੀ ਲੱਗੂਗਾ ਨਾ ਜੀ। ਪਰ ਦੂਜੇ ਪਾਸੇ ਇਹ ਵੀ ਹੈ ਵੀਰ ਜੀ, ਗੱਲ ਪਤਾ ਕੀ ਹੁੰਦੀ ਹੈ? ਕੁਆਲਿਟੀ ਹੈ ਨਾ ਜਿਹੜੀ। ਦੇਖੋ ਮੈਜੋਰਿਟੀ ਤਾਂ ਸੱਚ ਨਾਲ ਤਾਂ ਜੁੜਨ ਵਾਲਾ ਕੋਈ ਹੈ, ਵਿਰਲਾ ਹੀ ਹੈ ਜੀ। ਉਪਦੇਸ਼ ਨੂੰ ਤੇ ਕਮਾਉਣ ਵਾਲਾ ਤੇ ਜਾਣ ਵਾਲਾ ਜਿਨ੍ਹਾਂ ਨੇ ਕੀਤਾ। ਹੁਣ ਤੁਸੀਂ ਦੇਖੋ ਭਗਤ ਜੀ ਦਾ ਕਿੰਨਾ ਬੁਰਾ ਹਾਲ ਕੀਤਾ। ਇਹ ਭਗਤਾਂ ਦੇ ਵਿੱਚ ਨਿਰਭੈਤਾ ਸੀ, ਨਿਡਰਤਾ ਸੀ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਆਮ ਬੰਦਾ ਨਹੀਂ ਹੋ ਸਕਦਾ ਜਿਹੜਾ ਜੁੜਿਆ ਬੰਦਿਆਂ ਨਹੀਂ। ਹੁਣ ਤਾਂ ਦੁਨੀਆ ਡਰਾਊਗੀ ਤੁਹਾਨੂੰ, ਇਹ ਤਾਂ ਡਰੇ ਨਹੀਂ। ਸਾਡਾ ਤਾਂ ਇਤਿਹਾਸ ਪੁਰਾਣੇ, ਤੁਸੀਂ ਗੁਰੂ ਸਾਹਿਬਾਂ ਦੀ ਐਗਜ਼ਾਮਪਲ ਲੈ ਲਓ, ਤੁਸੀਂ ਕਹਿ ਦਿੰਦੇ ਉਹਨਾਂ ਨੇ ਐਂ ਕੀਤਾ। ਲੈਟਸ ਰੀਸੈਂਟ ਐਗਜ਼ਾਮਪਲ ਆਪਣੇ ਜਿਹੜੇ 84 ਦੇ ਦੌਰਾਨ ਬੱਚਿਆਂ ਦੀਆਂ ਸ਼ਹੀਦੀਆਂ, ਜਸਵੰਤ ਸਿੰਘ ਖਾਲੜਾ, ਹਿਊਮਨ ਰਾਈਟਸ, ਉਹ ਤਾਂ ਕੋਈ ਬੰਦਾ ਉੱਥੇ ਬੋਲ ਨਹੀਂ ਸੀ ਸਕਦਾ, ਕੋਈ ਕਰ ਨਹੀਂ ਸੀ ਸਕਦਾ, ਕਿਉਂਕਿ ਸਮੇਂ ਦੀਆਂ ਪਾਵਰਾਂ ਬਹੁਤ ਵੱਡੇ ਚੈਲੰਜ ਦਿੰਦੀਆਂ ਨੇ। ਈਵਨ ਤੁਹਾਡਾ ਫੀਅਰ ਆਫ ਐਲੀਮੀਨੇਸ਼ਨ, ਸਭ ਤੋਂ ਵੱਡਾ ਜਿਹੜਾ ਜ਼ਿੰਦਗੀ ਦਾ ਖਤਰਾ, ਉਹਦੇ ਤੇ ਵੀ ਤੁਹਾਨੂੰ ਆ ਪੈਂਦੀਆਂ ਨੇ, ਜਾਨੀ ਤੇ ਮਾਲੀ ਨੁਕਸਾਨ ਜਿਹੜੇ ਹੁੰਦੇ ਨੇ। ਸੋ ਲੋਕੀ ਡਰ ਜਾਂਦੇ ਨੇ। ਪਰ ਜਿਹੜੇ ਭਗਤ ਸੀ, ਭਗਤਾਂ ਦੇ ਕੋਲ ਪ੍ਰਿੰਸੀਪਲ ਸੀ। ਸਾਨੂੰ ਹਰਮਿੰਦਰ ਸਿੰਘ ਨੂੰ ਇੰਡੀਵਿਜੂਅਲੀ ਐਂਡ ਪੰਥ ਨੂੰ ਐਜ਼ ਕਲੈਕਟਿਵਲੀ, ਰੈਦਰ ਦੈਨ ਫੱਟੇ ਫਰ ਸੇਲ ਲਾਏ ਹੋਣ ਦੇ, ਤਾਂ ਕਿ ਅਸੀਂ ਵਿਕਾਊ ਬੰਦੇ ਆ। ਸਾਨੂੰ ਆਪਦੇ ਜੀਵਨ ਨੂੰ ਸੁਧਾਰਨ ਦੀ ਲੋੜ ਹੈ, ਸਾਖੀ ਤੌਰ ਤੇ ਵੀ ਤੇ ਪੰਥਕ ਤੌਰ ਤੇ ਵੀ, ਤੇ ਤਾਂ ਕਿ ਇਹ ਜਿਹੀਆਂ ਬੁਰਾਈਆਂ ਜਿਹੜੀਆਂ
ਹੋ ਚੁੱਕੀਆਂ, ਉਹਨਾਂ ਤੋਂ ਸਬਕ ਸਿੱਖ ਕੇ ਅਸੀਂ ਕੌਮ ਦੇ ਭਵਿੱਖ ਲਈ ਕੋਈ ਚੰਗੇ ਸੁਖਾਲੇ ਭਲੇ ਵਾਲੇ ਮਹਾਰਾਜ ਦੀ ਬਾਣੀ ਕੀਤੀ ਤੇ ਲੰਮੀ ਨਜ਼ਰ ਨਿਹਾਲੀ ਹੈ। ਅਸੀਂ ਫੋਰਸਾਈਟ ਐਂਡ ਵਿਜ਼ਨ ਦੇ ਨਾਲ ਜਿਹੜਾ ਇਦਾਂ ਦੇ ਕੰਮ ਕਰ ਥੈਂਕ ਸਕੀਏ, ਯੂ ਲੋਕਾਂ ਨੂੰ ਜੋੜੀਏ ਨਾ ਕਿ ਤੋੜੀਏ। ਬਸ ਥੈਂਕ ਯੂ ਡਾਕਟਰ ਕੁਲਵਿੰਦਰ ਸਿੰਘ ਜੀ, ਤੁਹਾਡੇ ਕੀ ਹਾਂਜੀ ਵਿਚਾਰ ਹੈ ਸਰ। ਇਸ ਸਬਜੈਕਟ ਤੇ? ਕਿਉਂਕਿ ਇਹ ਪ੍ਰੋਬਲਮ ਗੁਰੂ ਮਹਾਰਾਜ ਦੇ ਮੌਕੇ ਵੀ ਸੀਗੀਆਂ, ਇਹ ਹੁਣ ਕੋਈ ਨਵੀਆਂ ਪ੍ਰੋਬਲਮ ਨਹੀਂ, ਉਸ ਵਕਤ ਵੀ ਸੀ ਜਦੋਂ ਗੁਰੂ ਮਹਾਰਾਜ ਨੇ 10ਵੇਂ ਪਾਤਸ਼ਾਹ ਅੰਮ੍ਰਿਤ ਪ੍ਰਚਾਰ ਕੀਤਾ ਤੇ ਜਿਹੜੇ ਪਹਾੜੀ ਰਾਜਾ ਸੀ ਬਾਹਮਣਾਂ ਦੇ ਇਨਫਲੂਐਂਸ ਵਾਲੇ ਕਹਿੰਦੇ ਸੀ ਸਾਨੂੰ ਅਲੱਗ ਬਾਟੇ 'ਚ ਅੰਮ੍ਰਿਤ ਛਕਾਓ, ਤੇ ਮਹਾਰਾਜ ਨੇ ਕਹਿਤਾ ਸੀ ਨਹੀਂ, ਤੁਰਤਾ ਉਹਨਾਂ ਨੂੰ ਕਿ ਇਹ ਗੱਲ ਨਹੀਂ ਹੋ ਸਕਦੀ, ਸਾਡਾ ਜਿਹੜਾ ਅੰਮ੍ਰਿਤ ਦਾ ਇਹਨਾਂ ਚੀਜ਼ਾਂ ਨੂੰ ਤੋੜਨ ਦੇ ਲਈ ਹੈ। ਮਹਾਰਾਜ ਨੇ ਤਾਂ ਇੱਥੋਂ ਤੱਕ ਗੱਲ ਕੀਤੀ, ਤੇ ਸਾਡੇ ਵਿੱਚ ਜਿਹੜੇ ਆ ਅਲੱਗ-ਅਲੱਗ ਬਾਟੇ ਸ਼ੁਰੂ ਹੋ ਗਏ ਨੇ ਅੰਮ੍ਰਿਤ ਛਕਾਉਣ ਦੇ। ਸਾਡੇ ਵਿੱਚ ਜਿਹੜੇ ਆ ਚੌਥੇ ਪੈੜੇ ਦੇ ਬੰਦੇ ਆ, ਇਹ ਫਲਾਣੇ ਆ, ਅਮਕੜੇ ਦਮਕੜੇ, ਇਹੋ ਜਿਹੀਆਂ ਚੀਜ਼ਾਂ। ਦੂਜੇ ਪਾਸੇ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਇਸ ਪਾਸੇ ਜਦੋਜਹਿਦ ਕਰਨ ਦੀ ਲੋੜ ਹੈ, ਉਹ ਕੀਰਤਨ 'ਚ ਲੱਗੇ ਰਹਿੰਦੇ ਨੇ ਜਾਂ ਆਪਣੇ ਆਪ 'ਚ ਮਸਤ ਰਹਿੰਦੇ ਨੇ, ਪਬਲਿਕ ਐਕਸ਼ਨ ਕੋਈ ਕਰਦੇ ਨਹੀਂ ਹੈ। ਇਹਦਾ ਇਲਾਜ ਕੀ ਹੈ? ਵੀਰ ਜੀ ਮੈਂ ਇੱਕ ਗੱਲ ਕਹਿੰਦਾ ਬਿਫੋਰ ਡਾਕਟਰ ਸਾਹਿਬ ਸਪੀਕਸ, ਇੱਕ ਗੱਲ, ਇੱਕ ਭਗਤ ਜੀ ਦਾ ਸ਼ਬਦ ਦੀ ਲਾਈਨ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਉਹ ਕਹਿੰਦੇ ਮਾਧੋ ਅਵਿਦਿਆ ਹਿਤਹੀਨ, ਅਵਿਦਿਆ ਇਗਨੋਰੈਂਸ ਸਾਡੀ ਜਿਹੜੀ ਅਗਿਆਨਤਾ ਹੈ, ਹਿਤਹੀਨ ਵਿਵੇਕ ਦੀਪ ਮਲੀਨ। ਉਹ ਜਿਹੜਾ ਚਾਨਣ ਦਾ ਦੀਵਾ ਸੀ ਨਾ, ਉਹ ਵਿਵੇਕ ਬੁੱਧੀ ਦੀ ਅਣਹੋਂਦ ਕਰਕੇ ਵਿਵੇਕ ਬੁੱਧੀ ਨੂੰ ਉਹਨੇ ਮੈਲਾ ਕਰਤਾ ਸਾਡਾ, ਤਾਂ ਕਰਕੇ ਸੀ ਇਹ ਸਾਡੇ ਪਤਨ ਦੇ ਕਾਰਨ ਦੁਖਾਂਤ ਹੈ। ਸੌਰੀ ਡਾਕਟਰ ਸਾਹਿਬ, ਗੋ ਹੈਡ। ਥੈਂਕ ਯੂ। ਹਾਂਜੀ ਹਾਂਜੀ ਸਰ, ਦੇਖੋ ਕੁਐਸਚਨ ਤੇ ਬੜਾ ਟਫ ਹੈ। ਪਹਿਲੀ ਗੱਲ ਤੇ ਮੈਂ ਪਰਸਨਲ ਵਿਊ ਦਾਂਗਾ ਕਿ ਜੇਕਰ ਅਸੀਂ ਅੱਜ ਤੋਂ 5 ਸੈਂਚਰੀ ਪਿੱਛੇ ਜਾ ਸਕੀਏ ਨਾ, ਜਦੋਂ ਗੁਰੂ ਸਾਹਿਬ ਨੇ ਜਾਂ ਭਗਤਾਂ ਨੇ 7-8 ਸੈਂਚਰੀ ਪਿੱਛੇ ਜਾਈਏ, ਤੇ ਪਹਿਲੀ ਗੱਲ ਮੈਂ ਫੀਲ ਕਰਦਾ ਕਿ ਉਹਦੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਫਰਕ ਹੈ। ਉਦੋਂ ਤੇ ਤੁਸੀਂ ਗਿਆਨ ਦੀ ਗੱਲ ਕਰ ਹੀ ਨਹੀਂ ਸੀ ਸਕਦੇ, ਜੇ ਕਰਦੇ ਸੀ ਤੇ ਹਕੂਮਤਾਂ ਰਾਜੇ ਤੁਹਾਡੇ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੰਦੇ ਸੀ ਜਿਹੜੇ ਉਸ ਵੇਲੇ ਸਨ। ਸੋ ਫਰਕ ਜ਼ਰੂਰ ਹੈ, ਤੇ ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ ਕਿ ਜਿੰਨਾ ਫਰਕ ਪੈਣਾ ਚਾਹੀਦਾ ਸੀ ਉਹਨਾਂ ਫਰਕ ਨਹੀਂ ਪਿਆ। ਸਵਾਲ ਹੈ ਮੈਂ ਉਹਦੇ ਲਈ ਡਾਕਟਰ ਸਾਹਿਬ ਮੈਂ ਜੋ ਮਹਿਸੂਸ ਕਰਦਾ ਵਾਂ, ਫਰਕ ਨਾ ਪੈਣ ਦਾ ਕਾਰਨ ਹੈ ਕਿ ਅਸੀਂ ਬਾਣੀ ਨੂੰ ਜਿਹੜਾ ਪੜ੍ਹਦੇ ਹਾਂ ਲੇਕਿਨ ਉਹਨੂੰ ਫੋਲੋ ਨਹੀਂ ਕਰਦੇ। ਜਿਸ ਤਰ੍ਹਾਂ ਵਿਚਾਰ ਹੋ ਰਿਹਾ ਸੀ ਕਿ ਕਰਮ ਕਾਂਡ ਤੇ ਫਿਰ ਅਸੀਂ ਪਹੁੰਚ ਗਏ ਹਾਂ। ਪ੍ਰਿੰਸੀਪਲ ਧਰਮ ਸਿੰਘ ਨੇ ਸ਼ਬਦ ਪੜ੍ਹਿਆ ਸੀ, ਪੂਜਾ ਅਰਚਾ ਦਾ ਨਾਮ ਤੇਰੋ ਆਰਤੀ ਭਜਨ ਬਣਾ ਰਹੇ, ਨਾਮ ਤੇਰੋ ਧਾਗਾ ਨਾਮ ਫੁੱਲ ਮਾਲਾ। ਅਸੀਂ ਫਿਰ ਧਾਗੇ ਦੇ ਫੁੱਲਾਂ ਦੇ ਵਿੱਚ ਪੈ ਗਏ ਆ, ਕਿਉਂਕਿ ਜਿਹੜੀ ਬਹੁਤਾਤ ਜਨਸੰਖਿਆ ਨਾ, ਉਹ ਆਤਮਾ ਤੱਕ ਤੇ ਮਨ ਤੱਕ ਪਹੁੰਚਦੀ ਨਹੀਂ, ਉਹ ਬਾਹਰ ਦੇ ਹੀ ਅਡੰਬਰ ਕਰਕੇ ਖੁਸ਼ ਹੋ ਜਾਂਦੀ ਹੈ। ਤੇ ਉਹ ਇੱਕ ਉਹ ਰੀਜ਼ਨ ਹੈ। ਦੂਸਰਾ ਮੈਂ ਕਹਾਂਗਾ ਕਿ ਜੋ ਮੈਂ ਪਰਸਨਲੀ ਫੀਲ ਕਰਦਾ ਨਾ, ਕਿ ਜਿੰਨੀਆਂ ਵੀ ਗਰੁੱਪ ਨੇ, ਚਾਹੇ ਉਹ ਕਬੀਰਪੰਥੀ ਹੋਣ, ਚਾਹੇ SCPC ਹੋਵੇ, ਹਾਂਜੀ, ਚਾਹੇ ਜਿਹੜੇ ਮਰਜ਼ੀ ਹੋਣ, ਅਲਟੀਮੇਟਲੀ ਉਹਨਾਂ ਦੇ ਵਿੱਚ ਜਿਹੜੀ ਪੋਲਿਟਿਕਸ ਆ ਗਈ ਹੈ, ਜਿਹੜੀ ਧਰਮ ਦੀ ਸੋਵਰੇਨਿਟੀ ਹੈ ਨਾ, ਜਿਸ ਤਰ੍ਹਾਂ ਡਾਕਟਰ ਬਾਸੂ ਜੀ ਨੇ ਕਿਹਾ ਸੀ ਕਿ ਕਹਿ ਰਵਿਦਾਸ ਖਲਾਸ ਲਫ਼ਜ਼ ਜਿਹੜਾ ਹੈ ਨਾ, ਉਹਦਾ ਬੜਾ ਵੱਡਾ ਮੀਨਿੰਗ ਹੈ। ਜਿਹੜੇ ਪ੍ਰਬੰਧਕ ਨੇ ਉਹ ਖਲਾਸ ਹੋਣੇ ਜ਼ਰੂਰੀ ਨੇ, ਸੋਵਰਨ ਹੋਣੇ ਜ਼ਰੂਰੀ ਨੇ। ਧਰਮ ਜਿਹੜਾ ਉਹਦੀ ਸੋਵਰੇਨਿਟੀ ਤੇ ਪੋਲਿਟਿਕਸ ਜ਼ਿਆਦਾ ਨਾ ਪਰਛਾਵਾਂ ਹੈ, ਤੇ ਇਹੀ ਧਰਮ ਦੇ ਦਬਨ ਦਾ ਕਾਰਨ ਹੈ। ਇੱਕ ਉਹ ਤੇ ਮੈਂ ਇੱਕ ਹੋਰ ਚੀਜ਼ ਸ਼ੇਅਰ ਕਰਨੀ ਠੀਕ ਹੈ ਗੱਲ ਤੁਹਾਡੀ, ਪਰ ਹਾਂਜੀ ਕਰੋ। ਹਾਂਜੀ ਸਰ, ਤੁਸੀਂ ਪੁੱਛਣ ਲੱਗੇ ਸੀ ਕੁਝ? ਨਹੀਂ, ਤੁਸੀਂ ਸ਼ੇਅਰ ਕਰੋ ਜਿਹੜੀ ਚੀਜ਼ ਸ਼ੇਅਰ ਕਰਨੀ। ਹਾਂਜੀ ਹੁਣ ਮੈਂ, ਚਲੋ ਅਸੀਂ ਭਗਤੀ ਵਾਲੇ ਪਾਸੇ ਆ ਜਾਈਏ। ਤੇ ਗੱਲ ਹੋ ਰਹੀ ਸੀ ਨਿਡਰਤਾ ਦੀ। ਭਾਟੀਆ ਸਾਹਿਬ ਨੇ ਕਿਹਾ ਸੀ ਕਿ ਨਿਡਰਤਾ ਤੋਂ ਹੀ ਚੱਲਦਾ ਹੈ, ਕਿਉਂਕਿ ਅਜੂਨੀ ਸੈਭੰ ਨਿਰਭਉ ਨਿਰਵੈਰ। ਜਦੋਂ ਆਪਣੇ ਆਪ ਨੂੰ ਅੰਦਰ ਦੇਖੀਦਾ ਨਾ, ਤੇ ਦੇਖੀਦਾ ਕਿ ਸਾਡੇ ਚ ਨਿਰਭੈਤਾ ਨਹੀਂ ਹੈਗੀ। ਮੈਂ ਆਪਣੇ ਆਪ ਬਾਰੇ ਗੱਲ ਕਰ ਰਿਹਾ ਕਿ ਜਦੋਂ ਮੈਨੂੰ ਕਦੇ ਡਰ ਲੱਗਦਾ ਤੇ ਮੈਨੂੰ ਲੱਗਦਾ ਕਿ ਮੈਂ ਰੱਬ ਨਾਲ ਨਹੀਂ ਜੁੜਿਆ ਹੋਇਆ, ਕਿਸੇ ਚੀਜ਼ ਤੋਂ ਵੀ ਡਰ ਲੱਗੇ ਤੇ ਲੱਗਦਾ ਕਮੀ ਨਹੀਂ ਹੈ, ਪੈਰਾਮੀਟਰਸ ਹੁੰਦੇ ਨੇ। ਸੋ ਭਗਤ ਦਾ ਡਰ ਸਨ। ਪਰ ਹੁਣ ਭਗਤੀ ਦੇ ਬਾਰੇ ਜਿਹੜੀ ਮਾਰਗ ਹੈ ਉਹਦੇ ਬਾਰੇ ਮੈਂ ਗੱਲ ਕਰਾਂਗਾ ਕਿ ਪਹਿਲਾਂ ਕਹਿੰਦੇ ਨੇ ਕਿ ਭਗਤੀ ਕਰਨ ਵਾਸਤੇ ਡਰ ਦਾ ਹੋਣਾ ਜ਼ਰੂਰੀ ਹੈ। ਬਿਨ ਭੈ ਲਾਗ ਨਾ ਲੱਗਈ, ਨਾਮ ਨਾ ਵਸੈ ਮਨ ਆਏ। ਜਦੋਂ ਤੱਕ ਭੈ ਨਹੀਂ ਹੈਗਾ ਤੇ ਤੁਹਾਡੇ ਅੰਦਰ ਪਿਆਰ ਨਹੀਂ ਪੈਦਾ ਹੋ ਸਕਦਾ। ਔਰ ਦੂਜੇ ਪਾਸੇ ਕੀ ਕਹਿੰਦੇ ਨੇ ਕਿ ਜਦੋਂ ਭੈ ਤੋਂ ਬਾਅਦ ਪਿਆਰ ਪੈ ਗਿਆ ਤੇ ਫਿਰ ਕੀ ਕਹਿੰਦੇ ਨੇ, ਇਹ ਕਿਨੇ ਹੀ ਚੱਕਰੀ ਜਿਤ ਭਾਉ ਖਸਮ ਨਾ ਜਾਏ। ਜੇ ਮਾਲਕ ਕੋਲ ਡਰ ਰਹੇਗਾ ਤੇ ਉਹ ਸਹੀ ਚੱਕਰ ਨਹੀਂ ਹੋ ਸਕਦਾ, ਸਹੀ ਸੇਵਾਦਾਰ ਨਹੀਂ ਹੋ ਸਕਦਾ। ਸੋ
ਅਲਟੀਮੇਟਲੀ ਜਿਹੜੀ ਸਟੇਜ ਹੁੰਦੀ ਹੈ ਨਾ ਭਗਤਾਂ ਦੀ, ਉਹ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਸ਼ਬਦ ਪੜਿਆ ਸੀ ਧਰਮ ਸਿੰਘ ਜੀ ਨੇ ਕਿ ਜੋ ਹਮਾਂ ਦੇ ਮੋਹ ਪਾਸ, ਇਹਦੀ ਲਾਸਟ ਪੰਕਤੀ ਮੈਂ ਸ਼ੇਅਰ ਕਰਨੀ ਚਾਹਾਂਗਾ। ਅਖੀਰ ਤੇ ਭਗਤ ਜੀ ਕਹਿੰਦੇ ਨੇ ਵੇਖੋ ਕਿੱਡਾ ਸਵੈਮਾਨ ਹੈ, ਪਿਆਰ ਹੈ, ਮਾਨ ਹੈ ਗੁਰੂ ਤੇ, ਕਹਿ ਰਵਿਦਾਸ ਭਗਤ ਇੱਕ ਪਾਢੀ। ਆਪਣੇ ਆਪ ਨੂੰ ਆਪ ਹੀ ਕਹਿੰਦੇ ਨੇ। Unmute karo, please unmute yourself. Unmute yourself. Unmute karo. Yes. Sorry, ठीक नहीं, adjust करो अपना speaker adjust करो। So speaker adjust करो। Maybe he is having internet issue. ਤੁਹਾਡਾ network issue ਤੁਹਾਡਾ ਮੈਂ ਠਹਿਰ ਕੇ ਆਣਾ ਤੁਹਾਡੇ ਕੋਲ। We'll continue that thought. So ਸਵਾਲ ਮੇਰਾ ਇਹ ਹੈ ਅਗੇਨ ਤੁਹਾਨੂੰ ਸਭ ਦੇ ਲਈ ਕਿ ਵੀ ਠੀਕ ਹੈ, ਸਾਨੂੰ ਬਾਣੀ ਸਿਖਾਉਂਦੀ ਆ, ਸਾਡੇ ਜਿਹੜੇ ਸਾਡੀਆਂ ਇੰਸਟੀਟਿਊਸ਼ਨ ਜਿਹੜੀਆਂ ਸਾਨੂੰ ਕ੍ਰੀਏਟ ਕਰਨ ਦੀ ਲੋੜ ਹੈ, ਜਿਹੜੀਆਂ ਸਸਟੇਨ ਕਰ ਸਕਣ ਸਾਡਾ ਜਿਹੜਾ ਐਜੂਕੇਸ਼ਨਲ ਸਿਸਟਮ ਹੈ। ਬਾਵਜੂਦ ਸਾਡੇ ਖਾਲਸਾ ਸਕੂਲ ਹੋਣ ਦੇ, ਬਾਵਜੂਦ ਸਾਡੇ ਮਿਸ਼ਨਰੀ ਕਾਲਜ ਹੋਣ ਦੇ, ਉਹਨਾਂ ਚੀਜ਼ਾਂ ਦੇ ਕਾਰਨ ਕਰਾਉਣ ਦਾ ਜਿਹੜਾ ਹੈ, ਪਰ ਉਹਦੇ ਵਿੱਚੋਂ ਜਿਹੜਾ ਕੈਰੈਕਟਰ ਡਿਵੈਲਪਮੈਂਟ ਆ ਉਹ ਨਹੀਂ ਪੈਦਾ ਹੋ ਰਹੀ। ਜਿਹੜਾ ਇਹਦਾ ਕਾਰਨ ਕੀ ਹੈ, ਇਸ ਤੇ ਕੀ ਕੀਤਾ ਜਾ ਸਕਦਾ ਵੀ ਕੈਰੈਕਟਰ ਡਿਵੈਲਪਮੈਂਟ ਨਾ ਹੋਵੇ? ਜਿਵੇਂ ਹੁਣ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਕੀ ਆ ਉਹ ਟਾਈਮ ਜਿਹੜੀ 38ਵੀਂ ਪੌੜੀ ਹੈ, ਪਹਾਰਾ ਧੀਰ ਜਸਨਿਆਰ ਅਹੜਨ ਮਤ ਵੇਦ ਹਥਿਆਰ, पांडा पाओ खड़िया शब्द साल जिनको नदर कर्म तिनकार नानक नदरी नदर ने। अगेन प्रिंसिपल इथे कैरेक्टर डेवलपमेंट दी हो रही है, भै ते भाव दी चल रही है गल। वो जिहड़ा भै है इथे इहनूं डिसिपलिन दी गल है, सेल्फ डिसिपलिन जिहड़ा क्रिएट करना। ये भै इस तरह ये जिहड़ा डर है रिलेटिवली जिवें कहंदे आ भै विच हवा वगदी है, भै विच तारे चलदे ने, सारा कुछ इसे तरह दिस इज सिस्टम वी आर टॉकिंग अबाउट हियर। ये आम जिहड़ा डर है भी सब तो डर जाना या हो रहे ਉਹ ਜੇ ਡਰ ਦੀ ਗੱਲ ਨਹੀਂ ਹੋ ਰਹੀ। ਸੋ ਕਹਿਣ ਦਾ ਭਾਵ ਮੇਰਾ ਇਹ ਆ, ਵਾਈ ਇਜ਼ ਇਟ ਦੈਟ ਸਾਡੇ ਜਿਹੜੇ ਬੰਦੇ ਹੋਣ ਦੇ ਬਾਵਜੂਦ, ਜਿਵੇਂ ਹੁਣ ਦਰਬਾਰ ਸਾਹਿਬ ਲੋਕ ਦਵਾ ਦਾ ਪ੍ਰਸ਼ਾਦ ਕਰਾ ਕੇ ਜੀ ਆ ਗਏ ਵਾਪਸ। ਕਿਸੇ ਨੇ ਇਤਿਹਾਸ ਨਹੀਂ ਸੋਚਣਾ, ਨਾ ਉੱਤੇ ਕੋਈ ਇਨਫੋਰਮੇਸ਼ਨ ਆਫਿਸਰ ਹੈ ਜਿਹੜਾ ਤੁਹਾਨੂੰ ਦੱਸ ਸਕਣ ਵੀ ਕੀ ਹੋ ਰਿਹਾ ਕੀ ਨਹੀਂ। ਥਾਂ ਗੁਲਕਾਂ ਲੱਗੀਆਂ ਹੋਈਆਂ ਨੇ, ਲੋਕ ਪਾਠ ਕਰਵਾਉਣ ਲਈ ਵਾਰੀਆਂ ਬੰਨੀਆਂ ਹੋਈਆਂ ਨੇ ਕਿ ਵੀ ਇੰਨੇ ਚਿਰ ਬਾਅਦ ਇੰਨੇ ਪੈਸੇ ਜਮ੍ਹਾਂ ਕਰਾਓ ਤੇ ਹੁਕਮਨਾਮਾ ਘਰੇ ਭੇਜ ਦਾਂਗੇ। ਉਹੀ ਗੱਲਾਂ ਜਿਹੜੀਆਂ ਨੇ, ਜਿਹੜੀਆਂ ਕੈਰੈਕਟਰ ਡਿਵੈਲਪਮੈਂਟ ਕਿੱਧਰ ਗਿਆ ਇੱਧਰ? ਇਹ ਤਾਂ ਜਿਹੜੀਆਂ ਚੀਜ਼ਾਂ ਨੇ ਕਰਮ ਕਾਂਡਾਂ ਦੇ ਵਿੱਚ ਪਾ ਰਹੀਆਂ ਨੇ ਸਾਨੂੰ। ਤੇ ਸਾਡਾ ਜਿਹੜਾ ਹੈਗਾ ਉਹ ਜਾਂ ਹਾਰਾਂ ਦੀਆਂ ਲੱਗੀਆਂ ਹੁੰਦੀਆਂ ਨੇ ਉੱਥੇ, ਇੱਥੋਂ ਹਾਰ ਲਓ ਜੀ, ਆਪ ਗਾਂ ਭੇਟ ਕਰੋ ਤੇ ਰਮਾਲੇ ਲੈ ਲਓ। ਇਹ ਜਿੰਨੀਆਂ ਵੀ ਇਹ ਚੀਜ਼ਾਂ ਨੇ they are all commercialism, ਪਰ ਜਿੱਥੋਂ ਤੱਕ ਡਿਵੈਲਪਮੈਂਟ ਆ ਉਹਦੇ ਵਿੱਚ ਉਹਦਾ ਕੋਈ ਹਿੱਸਾ ਨਹੀਂ ਹੈ। ਇਹਦੇ ਵਿੱਚ ਕੀ ਖਿਆਲ ਹੈ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਜੀ, ਤੁਸੀਂ ਆਪਣਾ ਕੋਈ ਵਿਊ ਸ਼ੇਅਰ ਕਰੋ ਇਸ ਬਾਬਤ। आप सारे वैसे बड़े गुनीजन हो, क्वेश्चन आई नो आज तो वैसे सुन रही हैं कुछ ना कुछ थोड़े सब तो तो जी जब तक धर्म से पॉलिटिक्स आ दोनों चीजें अलग अलग आपस में इकट्ठे होने कारण ही ਜਿਹੜੀ डिस्टर्बेंस ज्यादा मैं समझती है कि ज्यादा डिस्टर्बेंस ਤਾਂ ਕਰਕੇ ਹੋती है। थैंक यू पाड़े साहब, ਤੁਸੀਂ ਕੋਈ ਵਿਚਾਰ ਇਸ ਬਾਬਤ? ਜੀ ਦੇਖੋ ਭੈਣ ਜੀ ਨੇ ਗੱਲ ਕੀਤੀ ਹੈ ਕਿ ਪੋਲਿਟਿਕਸ ਦੀ ਗੱਲ ਹੈ। ਹੁਣ ਇਹ ਸਾਡੇ ਦੋ ਪਹਿਲੂ ਹਨ। ਇੱਕ ਤੇ ਜੇ ਕਾਮਨ ਇਨਸਾਨ ਨੇ ਉਹ ਡੈਪਥ ਦੇ ਆਪਣਾ ਜੀਵਨ ਜੋ ਦਾ ਪਿਛੋਕੜ ਸੀ, ਕਿਉਂਕਿ ਸਿੱਖ ਧਰਮ ਤੋਂ ਬਣਿਆ ਹੈ, ਸਾਰੇ ਲੋਕ ਡਿਫਰੈਂਟ ਸੈਕਸ਼ਨ ਆਫ ਸੋਸਾਇਟੀ ਤੋਂ ਆਏ ਨੇ। तो अपना जो चार्ज सी, अपना रहना सहना, जो उन्होंने संस्कार उन्होंने नाल लेके आओ।
ਜਿਸ ਤਰ੍ਹਾਂ ਹਿੰਦੁਸਤਾਨੀ ਲੋਕ ਜਿਹੜੇ ਨੇ ਫॉर एग्जांपल ਅਸੀਂ ਇੰਡੀਆ ਤੋਂ ਆ ਕੇ ਅਮਰੀਕਾ ਕੇ ਵਸ ਜਾਂਦੇ ਆ, ਬਸ ਆ ਦਿਨ ਵੀ ਹਿੰਦੁਸਤਾਨੀ ਰਹਿੰਦੇ, ਅਸੀਂ ਹਾਲੇ ਵੀ ਖਾਣਾ ਹਿੰਦੁਸਤਾਨੀ ਖਾਂਦੇ ਆ, ਸਭ ਕੁਝ ਅਸੀਂ ਉਹ ਆਪਣੇ ਹਿੰਦੁਸਤਾਨੀ ਤਰੀਕੇ ਨਾਲ ਕਰਦੇ ਆ। ਇਸ ਤਰ੍ਹਾਂ ਇਨਸਾਨ ਨੂੰ ਫਿਤਰਤ ਹੈ ਕਿ ਜਿਸ ਬੈਕਗ੍ਰਾਉਂਡ ਤੋਂ ਉਹ ਆਏ ਉਹ ਬੈਕਗ੍ਰਾਉਂਡ ਛੇਤੀ ਛੱਡ ਨਹੀਂ ਸਕਦੇ, ਭਾਵੇਂ ਉਹ ਪੜ੍ਹ ਲੈ ਆਵਾਜ਼ ਸੁਣ ਨਹੀਂ ਰਹੀ ਚੰਗੀ ਤਰ੍ਹਾਂ। ਅੱਛਾ ਕੀ ਗੱਲ ਹੈ, ਆਵਾਜ਼ ਕਰੋ। ਅੱਛਾ ਮੈਂ ਹੋਰ is it better now? ਹਾਂਜੀ much better, ਹਾਂਜੀ। ਅੱਛਾ ਇਹ ਨਵਾਂ ਆਈਪੈਡ ਮੈਂ ਸ਼ੁਰੂ ਕਰ ਰਿਹਾ, ਪਤਾ ਕਿ I don't know what's better। ਸੋ ਭਾਵ ਇਹ ਹੈ ਕਿ ਲੋਕ ਜੋ ਜਿਸ ਬੈਕਗ੍ਰਾਉਂਡ ਤੋਂ ਆਉਂਦੇ ਹਨ ਉਹ ਆਪਣੇ ਜੋ ਪੁਰਾਣੇ ਸੰਸਕਾਰ ਵਿਚਾਰ ਹੁੰਦੇ ਨੇ ਉਹ ਛੱਡਦੇ ਨਹੀਂ। ਅਗਲੇ ਵਿਚਾਰ ਸੁਣ ਲੈਂਦੇ ਹਨ ਲੇਕਿਨ ਉਹ ਜੀਵਨ ਚ ਪਾ ਨਹੀਂ ਸਕਦੇ। ਦੂਸਰੀ ਚੀਜ਼ ਇਹ ਹੈ ਕਿ ਸਾਡੇ ਜੋ ਧਰਮ ਹੈ ਜਾਂ ਸਾਡੀ ਕਮਿਊਨਿਟੀ ਹੈ ਇਹਨੂੰ ਗਰੋ ਹੋਣ ਦਾ ਟਾਈਮ ਕਿੱਥੇ ਮਿਲਿਆ। ਸੈਕਟਰ ਸਾਥ ਅਸੀਂ ਪੜ੍ਹਦੇ ਰਹੇ, ਲੜਨ ਤੋਂ ਬਾਅਦ ਸਾਡੀ ਕੋਈ ਕੋਸ਼ਿਸ਼ ਸਾਨੂੰ ਉਹਦੇ ਹੋਰ ਤਾਕਤਾਂ ਹਿੰਦੁਸਤਾਨ 'ਚ ਬੜੀਆਂ ਜਿਹੜੇ ਸਾਨੂੰ ਦਬਾ ਕੇ ਦਬਾਉਣਾ ਚਾਹਦੀਆਂ, ਉਹ ਜਾਣਦੇ ਹੋ ਕੌਣ, ਮੈਂ ਨਾਮ ਲੈਂਦਾ ਉਹਨਾਂ ਦਾ। ਸੋ ਇਸ ਵੇਲੇ ਬੜੀ ਮਿਹਨਤ ਚੱਲ ਰਹੀ ਹੈ ਕਿ ਸਿੱਖਾਂ ਦੇ ਜਿਹਨੇ ਭਗਤਾਂ ਨੂੰ ਅਲੱਗ ਕੀਤਾ ਜਾਵੇ, ਉਹਨਾਂ ਨੂੰ ਮੁੱਖ ਗੁਰਦੁਆਰੇ ਬਣਾ ਕੇ ਦਿੱਤੇ ਜਾਣ। ਮੈਂ ਕਹਿ ਰਿਹਾ ਕਿ ਵੀਡੀਓ ਤੇ ਕਿਸੇ ਨੇ ਭੇਜਿਆ ਸੀ, ਟੋਰਾਂਟੋ ਵਿੱਚ ਇੱਕ ਆਦਮੀ ਹੈ ਉਹ ਲੋਕਾਂ ਨੂੰ ਸਾਰੇ ਹੈ ਕਿ ਰਵਿਦਾਸ ਜੀ ਤੁਸੀਂ ਆਪਣਾ ਵੱਖਰਾ ਮੰਦਿਰ ਬਣਾਓ, ਇਹ ਦੂਸਰਾ ਨਹੀਂ ਸਮਝਦੇ। ਦੂਸਰੀ ਸਾਡੀ ਆਪਣੀ ਸੰਪਤੀਆਂ ਅਸੀਂ ਆਪ ਹੀ ਜਿਹੜੇ ਛੋਟੀ ਜਾਤ ਦੇ ਹਨ ਹਾਲ ਤੱਕ ਵੀ ਤੱਕ ਸੁਣਿਆ ਕਿ ਪਿੰਡਾਂ ਵਿੱਚ ਮਜ਼ਬੂਤ ਸਿੱਖਾਂ ਨੂੰ ਉਹਨਾਂ ਨੂੰ ਜੱਟਾਂ ਦੇ ਗੁਰਦੁਆਰੇ ਬੜੇ। ਸੋ ਇਹ ਇੱਕ ਸਾਡੀ ਆਪਣੀਆਂ ਕਮੀਆਂ ਬਹੁਤ ਅੱਛਾ। ਸੋ ਮੈਨੂੰ ਇੱਕ ਯਾਦ ਆ ਗਿਆ ਜੀ ਦਾ ਕਹਿੰਦੇ ਕਹਿ ਕਬੀਰ ਜਾਣਿਆ ਜਬ ਜਾਣਿਆ तो मन माने लोग ना भतीजा ना भतीजे तो क्या किया सो की ਕੀਤਾ ਚਾਹੇ ਲੋਕ ਨਾ ਜੋ ਕਿਉਂਕਿ ਆਪਣੇ ਪੁਰਾਣੇ ਹਾਲਾਤ ਰਹਿੰਦੇ ਉਹਨੂੰ ਨਹੀਂ ਸਮਝ ਆਉਂਦੀ, ਉਹ ਹਾਲ ਤੱਕ ਉਹਨੂੰ ਦਿਲ 'ਚ ਨਹੀਂ ਬੜਿਆ ਕਿ ਜੋ ਸਾਡਾ ਪੁਰਾਣਾ ਤਰੀਕਾ ਗਲਤ ਹੈ ਔਰ ਇਸ ਨਵੀਂ ਵਿਚਾਰਧਾਰਾ ਨੂੰ ਅਸੀਂ ਅਪਣਾਉਣਾ ਹੈ। ਸੋ ਇਹ ਟਾਈਮ ਲੱਗੇਗਾ। ਸਾਡੇ ਦੁਸ਼ਮਣ ਵੀ ਬਹੁਤ ਹਨ ਅਨਫੋਰਚੁਨੇਟਲੀ, ਲੇਕਿਨ ਫਿਰ ਵੀ ਸਾਡੇ ਜੋ ਸਮਾਜ ਸਟਰੈਂਥ ਹੈਗੀ ਹੈ, ਮੈਨੂੰ ਉਮੀਦ ਹੈ ਕਿ ਅਸੀਂ ਹੌਲੀ ਹੌਲੀ ਇਸ ਨੂੰ ਓਵਰਕਮ ਕਰ ਸਕਾਂ। ਪ੍ਰਚਾਰ ਦੀ ਲੋੜ ਹੈ, ਐਜੂਕੇਸ਼ਨ ਦੀ ਲੋੜ ਹੈ। ਥੈਂਕ ਯੂ ਡਾਕਟਰ ਮਿਹਰਬਾਨ ਸਿੰਘ, ਤੁਹਾਡੇ ਇਲਾਕੇ 'ਚ ਕੀ ਹਾਲ ਹੈ ਇਹਨਾਂ ਚੀਜ਼ਾਂ ਬਾਬਤ, ਜਾਤ ਪਾਤ ਦਾ ਚੈੱਕਰ? ਸਾਰੇ ਵੈਨਕੂਵਰ ਦੇ ਇਲਾਕੇ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ। ਹਾਂਜੀ, ਜਾਤ ਪਾਤ ਦੇ ਮਾਮਲੇ ਦੇ ਵਿੱਚ ਕੀ ਕਿਹਾ ਜਾ ਸਕਦਾ ਜੀ, ਆਲਮੋਸਟ ਜਿਹੜੀ ਸਮੱਸਿਆ ਹੈਗੀ ਆ ਸਾਡੇ ਸਮਾਜ ਦੇ ਵਿੱਚ ਉਹ ਤੇ ਸਾਰੇ ਪਾਸੇ ਬਰਾਬਰ ਜੀ ਹੋਈ ਹੈ। ਤੇ ਬਾਕੀ ਅਸੀਂ ਜਦੋਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤੇ ਇਹ ਚੀਜ਼ ਜਿਹੜੀ ਪ੍ਰਮੁੱਖ ਹੈਗੀ ਹੈ ਕਿ ਇੱਥੇ ਜਿਹੜਾ ਹੈਗਾ ਉਹ ਕਲਚਰ ਜਿਹੜਾ ਉਹ ਕੰਮ ਦਾ ਕਲਚਰ ਹੈ, ਲੋਕਾਂ ਦਾ ਧਿਆਨ ਕੰਮ ਵਾਲੇ ਪਾਸੇ ਜ਼ਿਆਦਾ ਹੈਗਾ, ਹਾਂਜੀ, ਮਿਹਨਤ ਵਾਲੇ ਪਾਸੇ ਜ਼ਿਆਦਾ ਹੈਗਾ। ਸੋ ਉਹਨਾਂ ਹਾਲਤਾਂ ਦੇ ਵਿੱਚ ਐਟਲੀਸਟ ਚਲੋ ਇਹ ਸ਼ੁਕਰ ਵਾਲੀ ਗੱਲ ਹੈ, ਅਜੇ ਕੋਈ ਆਪਾਂ ਏਦਾਂ ਨਹੀਂ ਸੁਣਿਆ ਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਉਹਨਾਂ ਦੇ ਅਲੱਗ ਹੈਗੇ ਨੇ ਜਾਂ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਸਮੱਸਿਆ ਆਈ ਹੈ ਜਿਵੇਂ ਪੰਜਾਬ 'ਚ ਕਿਤੇ ਆਇਆ। ਤੇ ਬਾਕੀ ਮੈਂ ਇਸ ਦੇ ਬਾਰੇ 'ਚ ਜਿਵੇਂ ਵਿਚਾਰ ਚੱਲ ਰਹੀ ਸੀਗੀ ਕਿ ਵੀ ਇਹ ਸਾਡੀ ਜਿਹੜੀ ਜਾਤ ਪਾਤ ਦੀ ਸਮੱਸਿਆ ਕਿਉਂ ਹੈਗੀ ਹੈ, ਇਹਦੇ ਬਾਰੇ ਮੈਂ ਕੁਝ ਸ਼ੇਅਰ ਕਰਨਾ ਚਾਹੁੰਦਾ। ਜੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਹਦੇ ਬਾਰੇ ਕਿ ਇਹਨਾਂ ਨੂੰ, ਇਸ ਜਿਹੜੀ ਸਮੱਸਿਆ ਨੂੰ ਅਸੀਂ ਦੋ ਪੱਖਾਂ ਤੋਂ ਵਿਚਾਰਦੇ ਹਾਂ। ਇੱਕ ਤੇ ਉਹ ਪੱਖ ਹੈ ਜਿਨ੍ਹਾਂ ਨੂੰ ਅਸੀਂ ਜਿਹੜਾ ਸਮਝਦੇ ਹਾਂ ਕਿ ਵੀ ਇਹ ਜਿਹੜੇ ਹੈ ਇਹਨਾਂ ਦਾ ਅਲੱਗ ਹੋਣਾ ਚਾਹੀਦਾ, ਤੇ ਇੱਕ ਉਹ ਹੈ ਜਿਹੜੇ ਸਮਝਦੇ ਨੇ ਲੋਕ, ਹੈ ਨਾ, ਜਿਹੜੇ ਆਪਣੇ ਆਪ ਨੂੰ ਬੈਟਰ ਸਮਝਦੇ ਨੇ ਤੇ ਦੂਜੇ ਨੂੰ ਮਾੜਾ ਸਮਝਦੇ ਆ। ਇੱਕ ਇਹ ਹੈਗਾ। ਸੋ ਇਹਦੇ 'ਚ ਇੱਕ ਪੱਖ ਇਹ ਵੀ ਹੈਗਾ ਜਿਹੜੇ ਆਪਣੇ ਆਪ ਨੂੰ ਜਿਹੜਾ ਮਾੜਾ ਸਮਝਦੇ ਆ, ਇਹ ਚੀਜ਼ ਜਿਹੜੀ ਹੈਗੀ ਆ ਇਹ ਜ਼ਿਆਦਾ ਹਾਰਮਫੁਲ ਹੈਗੀ ਹੈ। ਜਿਵੇਂ ਵੀਰ ਜੀ ਨੇ ਕਿਹਾ ਸੀਗਾ ਕਿ ਜੇ ਲੋਕ ਜਿਹੜੇ ਨੇ ਲੋਕ ਹੈ ਨਾ, ਲੋਕ ਪਤੀਣੇ ਤੋਂ ਕਿਆ ਕੀਜੈ ਲੋਕ ਹਨ, ਤੇ ਉਹ ਲੋਕਾਂ ਦਾ ਕੀ ਕਰਨਾ ਹੈਗਾ। ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀਗੀ ਕਿ ਤੁਸੀਂ ਆਪਣੀ ਇਸ ਚੀਜ਼ ਦੇ ਵਿੱਚ ਹੀਣਤਾ ਦੇ ਵਿੱਚ ਨਹੀਂ ਆਣਾ। ਭਗਤ ਰਵਿਦਾਸ ਜੀ ਨੇ ਵੀ ਕਿਹਾ ਕਿ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਜਿਹੜਾ ਉਹਨਾਂ ਦੀਆਂ ਵਿਚਾਰਧਾਰਾ ਦੇ ਨਾਲ ਸਹਿਮਤ ਹੁੰਦਾ ਹੈ, ਉਹਦੇ 'ਚ ਇਤਨਾ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਉਹਨੂੰ ਤੇ ਪਰਵਾਹ ਨਹੀਂ ਕਿਸੇ ਦੀ, ਉਹ ਤੇ ਚੈਲੰਜ ਕਰਨ ਜੋਗਾ ਹੋ ਜਾਏਗਾ।
ਉਹ ਕਿਸੇ ਨੂੰ ਇਹ ਨਹੀਂ ਸਟੇਟਸ ਦੇਗਾ ਕਿ ਤੂੰ ਉੱਚੀ ਜਾਤ ਹੈ ਤੇ ਮੈਂ ਨੀਵੀਂ ਜਾਤ ਹਾਂ। ਉਹ ਤੇ ਚੈਲੰਜ ਕਰੇਗਾ ਸਿਸਟਮ ਨੂੰ। ਸੋ ਇਸ ਕਰਕੇ ਜ਼ਰੂਰਤ ਹੈਗੀ ਹੈ ਕਿ ਅਸੀਂ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈਗਾ, ਹੁਣ ਦੇਖੋ ਨਾ ਇਹਦੇ ਵਿੱਚ ਜਿਹੜਾ ਵਿਚਾਰਨ ਵਾਲੀ ਗੱਲ ਹੈਗੀ ਆ, ਮੈਂ ਜਿਹੜਾ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ, ਤੁਸੀਂ ਵੀ ਇਸ ਚੀਜ਼ ਨੂੰ ਗੌਰ ਕਰਿਓ ਕਿ ਅਸੀਂ ਭਗਤ ਜੀ ਨੂੰ ਭਗਤ ਜੀ ਹੀ ਕਹਿਣਾ ਬਣਦਾ ਸਾਡਾ। ਗੁਰੂ ਸਾਹਿਬ ਜਿਹੜੇ ਸਾਡੇ ਨੇ 10 ਪਾਤਸ਼ਾਹੀਆਂ ਨੇ, ਉਹਨਾਂ ਦਾ ਸਟੇਟਸ ਅਲੱਗ ਹੈਗਾ। ਅਸੀਂ ਇਸ ਦੇ ਬਾਰੇ ਚ ਕਨਫਿਊਜ਼ਨ ਕ੍ਰੀਏਟ ਨਹੀਂ ਕਰ ਸਕਦੇ। ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਇੱਕ ਚੇਅਰ ਬਣਾਈ ਗਈ ਹੈ, ਗੁਰੂ ਰਵਿਦਾਸ ਚੇਅਰ ਲਾਈਕ ਦੈਟ, ਇਹ ਜਿਹੜੀ ਗਲਤ ਹੈਗੀ ਸਿਸਟਮ, ਇਹ ਪੋਲੀਟੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਜਦੋਂ ਅਸੀਂ ਕਿਸੇ ਨੂੰ ਗੁਰੂ ਕਹਿੰਦੇ ਆ, that doesn't mean ਕਿ ਅਸੀਂ ਉਹਨੂੰ ਜਿਹੜਾ ਰਿਸਪੈਕਟ ਬਹੁਤ ਜ਼ਿਆਦਾ ਦੇਣੀ ਚਾਹੁੰਦੇ। ਇਹ ਭਗਤਾਂ ਨੇ ਜਿਹੜਾ ਹੈਗਾ, ਜੇ ਗੁਰੂ ਸਾਹਿਬ ਨੇ ਉਹਨਾਂ ਦਾ ਮਾਣ ਕੀਤਾ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਠਾਇਆ ਹੈ, ਤੇ ਇਹ ਬਹੁਤ ਵੱਡੀ ਗੱਲ ਹੈਗੀ ਹੈ। ਲੇਕਿਨ ਗੁਰੂ ਸਾਹਿਬ ਦਾ ਆਪਣਾ ਸਟੇਟਸ ਜਿਹੜਾ ਉਹ ਅਲੱਗ ਹੀ ਹੈ ਸਿੱਖਾਂ ਵਾਸਤੇ ਖਾਸ ਕਰਕੇ। ਸੋ ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਜਦੋਂ ਤੱਕ ਅਸੀਂ ਹੀਣਤਾ ਦੇ ਵਿੱਚ ਜੀਵਾਂਗੇ, ਜਦੋਂ ਤੱਕ ਅਸੀਂ ਹੀਣਤਾ ਦੇ ਵਿੱਚ ਹੈਗੇ ਆ, ਤੇ ਉਦੋਂ ਤੱਕ ਜਿਹੜਾ ਅਸੀਂ ਸਮਝੋ ਵੀ ਗੁਰਮਤਿ ਦੇ ਰਾਹ ਤੇ ਪੂਰੀ ਤਰ੍ਹਾਂ ਨਹੀਂ ਆਏ। ਤੇ ਜਦੋਂ ਗੁਰਮਤਿ ਦੇ ਰਾਹ ਤੇ ਆ ਜਾਵਾਂਗੇ ਤੇ ਇਹ ਹੀਣਤਾ ਨਹੀਂ ਰਹੇਗੀ। ਸੰਗਤ ਦੇ ਵਿੱਚ ਕੋਈ ਨਹੀਂ ਵਿਚਾਰ ਕਰਦਾ ਕਿ ਇਹ ਰਾਗੀ ਸਿੰਘ ਜਿਹੜਾ ਇਹ ਕਿਹੜੀ ਬਰਾਦਰੀ ਦਾ ਹੈ। ਠੀਕ ਹੈ, ਸਮੱਸਿਆ ਰਹਿੰਦੀ ਹੈਗੀ ਆ, ਸਾਨੂੰ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਰਹਿ ਜਾਂਦੀ ਹੈ, ਲੇਕਿਨ ਅਸੀਂ ਗੁਰਬਾਣੀ ਸੁਣਨ ਵੇਲੇ ਕਦੇ ਨਹੀਂ ਬੋਦਰ ਕਰਦੇ ਕਿ ਇਹ ਜਿਹੜਾ ਹੈਗਾ, ਇਹ ਰਾਗੀ ਸਿੰਘ ਜਿਹੜਾ ਹੈਗਾ, ਇਸ ਦੀ ਜਾਤ ਕਿਹੜੀ ਹੈ ਜਾਂ ਕਿੱਦਾਂ ਹੈਗੀ ਹੈ। ਸੰਗਤ ਉਹਨਾਂ ਨੂੰ ਅੱਖਾਂ ਤੇ ਬਿਠਾਉਂਦੀ ਹੈ। ਹੁਣ ਦੇਖੋ ਨਾ, ਸਾਡੇ ਰਾਗੀ ਸਿੰਘ ਕਹਿੰਦੇ ਨੇ ਹਨਾ, ਉਹਨਾਂ ਨੂੰ ਅੱਖਾਂ ਤੇ ਬਿਠਾਉਂਦੀ ਹੈ ਸੰਗਤ, ਮਾਣ ਦਿੰਦੀ ਹੈ, ਸਤਿਕਾਰ ਦਿੰਦੀ ਹੈ ਪੂਰਾ। ਸੋ ਗੱਲ ਸਮੱਸਿਆ ਇਹ ਹੈਗੀ ਹੈ ਕਿ ਉਹਨਾਂ ਨੂੰ ਵੀ ਜਿਹੜੇ ਆਪਣੇ ਆਪ ਨੂੰ ਸਮਝਦੇ ਆ, ਉਹਨਾਂ ਨੂੰ ਵੀ ਗੁਰੂ ਸਾਹਿਬ ਦੀ ਸ਼ਰਨ ਜਾਣਾ ਚਾਹੀਦਾ ਹੈ, ਅੰਮ੍ਰਿਤ ਛਕ ਕੇ ਗੁਰਸਿੱਖ ਬਣਨ। ਤੇ ਮੈਂ ਸਮਝਦਾ ਕਿ ਜਿਹੜੀ ਸਿੱਖ ਸੰਗਤ ਹੈਗੀ ਆ, ਉਹਦੇ ਵਿੱਚ ਇੰਨਾ ਵਿਤਕਰਾ ਨਹੀਂ ਹੈਗਾ। ਸਮਾਜ ਵਿੱਚ, ਰਿਸ਼ਤੇ ਨਾਤਿਆਂ ਦੇ ਵਿੱਚ, ਉਹਨਾਂ ਦੇ ਵਿੱਚ ਚਲੋ ਹੋਰ ਚੀਜ਼ ਹੋ ਸਕਦੀ ਹੈ, ਸੰਗਤ ਦੇ ਵਿੱਚ ਤੇ ਕਦੇ ਕੋਈ ਵਿਤਕਰਾ ਨਹੀਂ ਹੁੰਦਾ। ਸੋ ਥੈਂਕ ਯੂ ਜੀ। ਮੈਂ ਇਹ ਜਿਹੜੇ ਵਿਚਾਰ ਜਿਹੜੇ ਥੋੜੇ ਕਰਨਾ ਚਾਹੁੰਦਾ ਸੀ। ਗੋਇੰਗ ਬੈਕ ਟੂ ਗਿਆਨੀ ਧਰਮ ਸਿੰਘ ਜੀ, ਗਿਆਨੀ ਧਰਮ ਸਿੰਘ ਜੀ ਦੇਖੋ ਇਸੇ ਕੁੱਲ ਦੇ ਵਿੱਚੋਂ ਹੀ ਆਪਣੇ ਗਿਆਨੀ ਦੇਤ ਸਿੰਘ ਹੋਏ ਨੇ, ਹਾਂਜੀ, ਜਿਹੜੇ ਸਿੰਘ ਸਭਾ ਦੇ ਲਹਿਰ ਦੇ ਮੋਢੀਆਂ ਵਿੱਚੋਂ ਨੇ। ਤੇ ਉਹਨਾਂ ਨੂੰ ਵੀ ਮੈਂ ਇੱਕ ਥਾਂ ਪੜ੍ਹਿਆ ਸੀਗਾ ਕਿ ਉਹਨਾਂ ਦਾ ਵੀ ਜਿਹੜਾ ਸਤਿਕਾਰ ਬੜਾ ਨਹੀਂ ਕਰਦੀ ਸੀ ਦੁਨੀਆ, ਬਾਵਜੂਦ ਇਸ ਦੇ ਕਿ ਉਹਨਾਂ ਨੇ ਜਿਹੜਾ ਸੀਗਾ ਦਇਆਨੰਦ ਸਰਸਵਤੀ ਨੂੰ 3 ਦਫਾ ਹਰਾਇਆ ਸੀਗਾ ਡਿਬੇਟਸ ਦੇ ਵਿੱਚ। ਉਹ ਕਿਵੇਂ ਹੈਂਡਲ ਕਰਦੇ ਸੀ ਇਹ ਚੀਜ਼ਾਂ ਨੂੰ? ਉਹਦੇ ਬਾਬਤ ਕੋਈ ਖਿਆਲ ਸ਼ੇਅਰ ਕਰੋ। ਗੱਲ ਇਹ ਹੈ ਜੀ, ਮੈਂ ਗਿਆਨੀ ਦੇਤ ਸਿੰਘ ਜੀ ਦਾ ਜੀਵਨ ਪੜ੍ਹਿਆ। ਉਹ ਸ਼ਾਇਦ ਜੁਲਾਹਾ ਬਰਾਦਰੀ ਚੋਂ ਸੀਗੇ। ਤੇ ਗਿਆਨੀ ਗੱਲ ਇਹ ਆ ਵੀ ਜਿੱਦਾਂ ਹੁਣ ਭਗਤ ਰਵਿਦਾਸ ਜੀ ਆ, ਇਹਨਾਂ ਦਾ ਆਪਣਾ ਗਿਆਨ, ਇਹਨਾਂ ਦੀ ਆਪਣੀ ਦ੍ਰਿੜਤਾ, ਨਿਰਭੈਤਾ, ਉਹਦੇ ਅੱਗੇ ਕੋਈ ਨਹੀਂ ਸੀ ਟਿਕਦਾ। ਇਸੇ ਤਰ੍ਹਾਂ ਹੀ ਗਿਆਨੀ ਦੇਤ ਸਿੰਘ ਜੀ ਜਿਹੜੇ ਆ, ਉਹ ਇੰਨੇ ਮਹਾਨ ਵਿਦਵਾਨ, ਇੰਨੇ ਉਹ ਮਹਾਨ ਵਧੀਆ ਕਵੀ ਸੀਗੇ, ਤੇ ਇੰਨੇ ਉਹ ਨਿਰਭੈ ਤੇ ਨਿਡਰਤਾ ਵਾਲੇ ਸੀਗੇ ਕਿ ਉਹਨਾਂ ਦੇ ਸਾਹਮਣੇ ਅੜਦਾ ਕੋਈ ਨਹੀਂ ਸੀਗਾ। ਤੇ ਇਸ ਕਰਕੇ ਉਹ ਉਹਨਾਂ ਨੇ ਹੈਂਡਲ ਕੀਤਾ। ਪਰ ਜਿਹੜੀ ਹੁਣ ਥੋੜਾ ਜਿਹਾ ਟਾਈਮ ਲੱਗੂ, ਜਿਹੜਾ ਹੈਗਾ ਨਾ ਜੀ ਜਾਤ ਪਾਤ ਦਾ, ਉਹਦੇ ਚ ਚੱਕਰ ਫਿਰ ਉਹੋ ਹੀ ਆ ਜਾਂਦਾ। ਹੁਣ ਮੈਂ ਆਪ ਜੀ ਨੂੰ ਥੋੜਾ ਜਿਹਾ ਆਪਣੇ ਕੌਮ ਦੀ ਹਾਲਤ ਦੱਸਦਾ। ਅਖੰਡ ਕੀਰਤਨੀ ਜਥਾ ਆ, ਤੇ ਉਹਦੇ ਵਿੱਚ ਕਿਸੇ ਵੀ ਬਰਾਦਰੀ ਦਾ ਸਿੰਘ ਜਿਹੜਾ ਵਾ ਅੰਮ੍ਰਿਤ ਛਕਿਆ, ਤੇ ਉੱਥੇ ਜਾਤ ਪਾਤ ਦਾ ਬਹੁਤਾ ਜ਼ਿਆਦਾ ਚੱਕਰ ਨਹੀਂ ਰਹਿੰਦਾ। ਪਰ ਚੱਕਰ ਫਿਰ ਉੱਥੇ ਆ ਜਾਂਦਾ ਆ ਕਿ ਜਿਹੜਾ ਅਖੰਡ ਕੀਰਤਨੀ ਜਥੇ ਦਾ ਨਹੀਂ ਆ, ਉਹਦੇ ਨਾਲ ਉਹ ਜਿਹਾ ਉਹ ਪਿਆਰ ਨਹੀਂ ਕਰਦੇ, ਉੱਥੇ ਉਹੋ ਜਿਹੀ ਜਾਤ ਪਾਤ ਆ ਜਾਂਦੀ। ਇਸੇ ਤਰ੍ਹਾਂ ਹੀ ਨਿਹੰਗ ਸਿੰਘ ਆ, ਉਹਨਾਂ ਦੇ ਵਿੱਚ ਵੀ ਅੰਮ੍ਰਿਤ ਕੋਈ ਵੀ ਛਕ ਸਕਦਾ। ਪਰ ਮੇਰੇ ਆ ਥੋੜੇ ਦਿਨ ਪਹਿਲੋਂ ਇੱਕ ਨਿਹੰਗ ਸਿੰਘ ਨਾਲ ਹੀ ਗੱਲਬਾਤ ਹੋਈ। ਮੈਂ ਪੁੱਛਿਆ ਤੇ ਉਹ ਵੀ ਅੰਮ੍ਰਿਤ ਜਿਹੜਾ ਆ ਉਹ ਉਹਨਾਂ ਨੂੰ ਅਲੱਗ ਛਕਾਉਂਦੇ ਆ, ਜਿਹੜੇ ਨਿੱਕੀਆਂ ਜਾਤਾਂ ਦੇ ਨੇ। ਇਹ ਉਹਨਾਂ ਲੋਕਾਂ ਨੂੰ ਤੇ ਹੁਣ ਪੰਥ ਤਗੜਾ ਹੋਏ ਤੇ ਪੁੱਛੇ ਵੀ ਤੁਹਾਨੂੰ ਇਹ ਆਗਿਆ ਕਿਹਨੇ ਦਿੱਤੀ ਆ? ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇੱਕ ਬਾਟੇ 'ਚ ਛਕਾਉਂਦੇ ਆ, ਵੱਖਰੇ ਵੱਖਰੇ ਪ੍ਰਾਂਤਾਂ ਤੋਂ, ਵੱਖਰੀਆਂ ਵੱਖਰੀਆਂ ਬਰਾਦਰੀਆਂ ਤੋਂ, ਤੇ ਤੁਹਾਨੂੰ ਕਿਹਨੇ ਅਖਤਿਆਰ ਦਿੱਤਾ ਹੈ ਕਿ ਤੁਸੀਂ ਅੰਮ੍ਰਿਤ ਜਿਹੜਾ ਆਪਣੀ ਮਰਜ਼ੀ ਦੇ ਨਾਲ ਹੀ ਏਦਾਂ ਦੀ ਹਾਲਤ ਕਰੋ? ਤੇ ਦੂਸਰੀ ਗੱਲ, ਜਿਹੜੇ ਗਿਆਨੀ ਦੇਤ ਸਿੰਘ ਸੀਗੇ, ਪੰਥ ਵੱਲੋਂ ਉਹਨਾਂ ਦੀ ਵਿਰੋਧਤਾ ਨਹੀਂ ਸੀਗੀ। ਉਹਨਾਂ ਦੀ ਵਿਰੋਧਤਾ ਜਿਹੜੀ ਫਿਰ ਜਿਹੜੇ ਉਸ ਵੇਲੇ ਦੇ ਬੇਦੀ ਹੈਗੇ ਸੀ ਨਾ, ਉਹਨਾਂ ਵੱਲੋਂ ਤਕਲੀਫ ਸੀ ਉਹਨਾਂ ਨੂੰ
ਕਿ ਉਹਨਾਂ ਦਾ ਬੋਰੀਆ ਬਿਸਤਰਾ ਗੋਲ ਹੋ ਰਿਹਾ ਸੀਗਾ। ਲੋਕ ਗਿਆਨੀ ਬਣ ਕੇ ਸਿਆਣੇ ਬਣ ਰਹੇ ਸੀ, ਉਹਨਾਂ ਦੀਆਂ ਗੱਡੀਆਂ ਨੂੰ ਖਤਰਾ ਪਿਆ ਤੇ ਉਹਨਾਂ ਕੋਲ ਹੋਰ ਕੋਈ ਹਥਿਆਰ ਨਹੀਂ ਸੀ। ਤੇ ਫਿਰ ਉਹਨਾਂ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਇਹ ਤੇ ਹੈ ਹੀ ਇਹ ਜਾਤ ਚੋਂ ਆ, ਉਹ ਜਾਤ ਚੋਂ ਆ। ਇਹ ਬਹੁਤ ਵੱਡੀ ਦਿੱਕਤ ਆ। ਤੇ ਗੱਲ ਫਿਰ ਉੱਥੇ ਹੀ ਆ ਕੇ ਨਿਬੜਦੀ ਆ ਕਿ ਜਿਸ ਬੰਦੇ ਨੂੰ ਗਿਆਨ ਆ, ਜਿਹੜਾ ਬੰਦਾ ਬਾਣੀ ਨੂੰ ਆਪਣੇ ਜੀਵਨ ਵਿੱਚ ਜਿਉਣ ਵਾਸਤੇ ਪੜ੍ਹਦਾ ਆ, ਵਿਚਾਰਦਾ ਆ, ਉਹਦੇ ਅੰਦਰ ਤੇ ਭਰਮ ਨਿਕਲ ਜੂ। ਤੇ ਜਿੰਨੇ ਸਿਰਫ ਇਸ ਕਰਕੇ ਪੜ੍ਹਨਾ ਵੀ ਜਪਜੀ ਸਾਹਿਬ ਦਾ ਪਾਠ ਕੀਤਿਆਂ ਆ ਮਿਲਦਾ ਸੁਖਮਨੀ ਸਾਹਿਬ ਜਿਹੜੀ ਸੁੱਖਾਂ ਦੀ ਮਣੀ ਆ, ਤੇ ਉਹ ਉੱਥੇ ਆ ਕੇ ਫਿਰ ਉਹ ਸਿਰਫ ਪਾਠ ਪੜ੍ਹਨ ਤੱਕ ਸੀਮਿਤ ਆ। ਤੇ ਉੱਥੋਂ ਨੇ ਖੱਟਣਾ ਕੱਖ ਨੀ ਗਾ, ਨਾ ਸੌਖੀ ਮਿਲਣੇ ਨਾ ਉਹਨਾਂ ਨੂੰ ਕੋਈ ਰੱਬ ਹੀ ਮਿਲਣਾ। ਮੇਰਾ ਵਿਸ਼ਵਾਸ ਹੈ। ਥੈਂਕ ਯੂ। ਡਾਕਟਰ ਬਾਸੂ, ਤੁਹਾਡਾ ਕੀ ਵਿਚਾਰ ਹੈ ਇਹ ਜਿਹੜਾ ਅਸੀਂ ਜਿਵੇਂ ਹੁਣ ਵਿਚਾਰ ਕੀਤੀ ਹੈਗੀ ਆ ਭਗਤ ਰਵਿਦਾਸ ਜੀ ਦੀ ਤੇ ਉਹਨਾਂ ਦਾ ਮਿਸ਼ਨ ਤੇ ਉਹਨਾਂ ਦੀਆਂ ਜਿਹੜੀਆਂ ਨੇ, ਪਰ ਜਿੱਥੇ ਤੱਕ ਸਾਡਾ ਜੀਵਨ ਹੈ, ਜਿਵੇਂ ਆਪਾਂ ਗਿਆਨੀ ਦਿੱਤ ਸਿੰਘ ਦੀ ਗੱਲ ਕਰ ਰਹੇ ਹਾਂ, ਤੁਸੀਂ ਤਾਂ ਉਹਨਾਂ ਬਹੁਤ ਪੜ੍ਹਿਆ ਹੋਣਾ ਕਿ ਉਹਨਾਂ ਨੇ ਇਸ ਚੀਜ਼ ਨੂੰ ਕਿਵੇਂ ਹੈਂਡਲ ਕੀਤਾ ਜਿਹੜਾ ਵਿਤਕਰਾ ਸੀਗਾ ਉਹਨਾਂ ਦੇ ਵਿਰੁੱਧ ਹੋ ਰਿਹਾ ਪੰਥ ਦੇ ਵਿੱਚ। ਫਿਰ ਉੱਥੇ ਆਵਾਂਗਾ ਕਿ ਮੈਂ 50 ਸਾਲ ਦਾ ਵਿਦਿਆਰਥੀ ਆਵਾਜ਼ ਨਹੀਂ ਸੁਣ ਰਹੀ ਤੁਹਾਡੀ। ਕਿ ਡਾਕਟਰ ਸਾਹਿਬ ਜਦ ਤੱਕ ਸਾਡਾ ਸਿਰ ਦਾ ਸਿਰ ਨਹੀਂ ਬਣਦਾ, ਅਸੀਂ ਸਿਰ ਆਪੋ ਆਪਣੇ ਨੇ ਸਾਡੇ। ਜਦ ਤੱਕ ਦੇਖੋ ਸਿੱਖੀ ਨਾ ਹੋਈ ਸੀ ਕਿ ਪਹਿਲੇ ਸਿਰ ਹੁੰਦਾ ਸੀ, ਫਿਰ ਸਿੱਖੀ ਚ ਸ਼ਾਮਲ ਹੋਈ ਸੀ। ਹੁਣ ਜਿੰਨੇ ਸਿੱਖ ਨੇ ਉਹਨਾਂ ਦਾ ਸਿਰ, ਉਹਨਾਂ ਦਾ ਦਿਮਾਗ, ਉਹਨਾਂ ਦੀ ਸੋਚ ਦਾ ਗੁਰੂ ਨਾਲ ਨਾਤਾ ਟੁੱਟਿਆ ਹੋਇਆ। ਗੁਰੂ ਦਾ ਸਿਰ ਸਿਰਾਂ ਤੇ ਲਾਈਏ ਤਾਂ ਹੀ ਸਾਰਾ ਪਰਮ ਪਦ ਪਾਈਏ। ਸਿੱਖ ਬਣਨਾ ਜਿਹੜਾ ਉਹ ਗੁਰੂ ਨੂੰ ਸੀਸ ਦੇਣਾ। ਸੀਸ ਦੇਣ ਦਾ ਮਤਲਬ ਇਹ ਨਹੀਂ ਕਿ ਫਿਰ ਉਹਦੀ ਆਪਣੀ ਜਿਹੜੀ ਸੋਚ ਆ, ਸੋਚ ਹੈ ਨਾ, ਮੈਂ ਸਰੀਰ ਚੋਂ ਇਹਨਾਂ ਨੂੰ ਅਲਵਿਦਾ ਕਹਿਣਾ ਪਏਗਾ, ਲਿਆਉਣਾ ਪਏਗਾ। ਥੈਂਕ ਯੂ। ਮਨ ਵਿੱਚ ਸਤਿਗੁਰ ਕੇ ਬਾਤ ਤੁਹਾਡੀ ਆਵਾਜ਼ ਨਹੀਂ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਵਿੱਚ। ਉਹਨੇ ਕਹਿਤਾ ਹੈ ਤਾਂ ਕਹਾਣੀ ਆ ਪ੍ਰਬੰਧਕਾਂ ਦੀਆਂ ਗੱਲਾਂ ਮੈਂ ਕਰ ਰਿਹਾ। ਮੈਂ ਇਹ ਕਿਸੇ ਨੀਵੀਂ ਦਾਤ ਵਾਲੇ ਨੇ ਮੱਥਾ ਟੇਕਿਆ, ਉੱਚੀ ਦਾਤ ਵਾਲਾ ਪ੍ਰਬੰਧਕ ਕਹਿੰਦਾ ਤੁਹਾਡੀ ਆਵਾਜ਼ ਨਹੀਂ। ਡਾਕਟਰ ਸਾਹਿਬ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਉਹਨੂੰ ਆਪਣੇ ਸੈਲਫ ਰਿਸਪੈਕਟ ਲਈ ਗੁਰਦੁਆਰੇ ਬਣਾਏ। ਗੱਲ ਸੁਣੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਸੌਰੀ, ਆਈ ਹੈਵ ਟੂ ਆਸਕ ਯੂ ਟੂ ਸਟਾਪ ਕਿਉਂਕਿ ਆਵਾਜ਼ ਨਹੀਂ ਪਹੁੰਚ ਰਹੀ। ਅੱਛਾ, ਆਪਣਾ ਟਾਈਮ ਬਹੁਤ ਹੋ ਗਿਆ। We have a last few minutes. Any suggestions for what would you like to discuss next week? ਹਾਂਜੀ ਡਾਕਟਰ ਸਾਹਿਬ, ਮੈਂ ਗੱਲ ਕਰਾਂ ਥੋੜੀ। ਹਾਂਜੀ, ਕਰੋ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਸਭ ਨੂੰ। ਤੇ ਡਾਕਟਰ ਸਾਹਿਬ ਦਾ ਧੰਨਵਾਦ। ਦੇਖੋ, ਜਾਤ ਪਾਤ ਜਿਹੜੀ ਹੈ ਨਾ, ਜਾਤ ਪਾਤ ਦੀ ਗੱਲ ਕੀਤੀ, ਇਹ ਬਹੁਤ ਬੜੀ ਬਿਮਾਰੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਕਮਜ਼ੋਰੀ ਜਾਤ ਪਾਤ ਤੇ ਵਰਲਡ ਦੀ ਨਸਲਵਾਦ ਹੈ। ਇਹ ਨਸਲਵਾਦ ਤੇ ਜਾਤ ਪਾਤ, ਮਤਲਬ ਦੇਖੋ ਉਹਨੂੰ ਉਧਰ ਜਾਤ ਪਾਤ ਕਰ ਦਿੰਦੇ, ਉਹਨੂੰ ਇੱਧਰ ਨਸਲਵਾਦ ਕਰ ਦਿੰਦੇ। ਇਹ ਦੋਨੋਂ ਹੀ ਇੰਨੀ ਬੜੀ ਪ੍ਰੋਬਲਮ ਹੈ ਵਰਲਡ ਦੇ ਅੰਦਰ ਕਿ ਆ ਜਿਹੜੇ ਯੂਕਰੇਨ ਦੇ ਅੰਦਰ ਤੇ ਰਸ਼ੀਆ ਆਪਸ ਵਿੱਚ ਲੜਦੇ ਨੇ, ਇਹ ਨਸਲਵਾਦ ਦੇ ਚੱਕਰ 'ਚ ਲੜਦੇ। ਇਹ ਉਹਨਾਂ ਨੂੰ ਸਹੀ ਦਾ ਪਤਾ ਹੋ ਬਈ ਇਹ ਵੀ ਇਨਸਾਨ ਨੇ, ਇਹ ਵੀ ਇਨਸਾਨ ਨੇ, ਉਹ ਕਿਉਂ ਲੜੇਗਾ ਆਪਸ 'ਚ। ਤੇ ਦੂਜੀ ਗੱਲ ਇਹ ਜਿਹੜੀ ਜਾਤ ਪਾਤ ਦੀ ਗੱਲ ਹੈ, ਸੰਤ ਰਵਿਦਾਸ ਜੀ ਨੇ ਚਮਾਰ ਗਿਆ ਆਪਣੇ ਆਪ ਨੂੰ। ਚਮਾਰ ਦਰਅਸਲ ਜੇ ਤੁਸੀਂ ਧਿਆਨ ਨਾਲ ਵਾਚੋ ਤਾਂ ਚਮਾਰ ਜਿਹੜਾ ਹੈ ਮਤਲਬ ਸਾਰੇ ਚਮਾਰ ਨੇ, ਜਿਹਦੇ ਚਮੜੇ ਦੇ ਨਾਲ ਤੇ ਮਾਸ ਦੇ ਨਾਲ ਤੇ ਰਕਤ ਦੇ ਨਾਲ ਸਰੀਰ ਬਣਾ ਬੰਦੇ ਦਾ, ਤੇ ਸਰੀਰ ਜਿਹੜਾ ਹੈ ਮਾਸ ਦੇ ਨਾਲ ਤੇ ਸਾਰੇ ਚਮਾਰ ਨੇ। ਇਹ ਗੱਲ ਜਾਤ ਪਾਤ ਗੁਰਬਾਣੀ ਦੇ ਅੰਦਰ ਜਾਤ ਪਾਤ ਕਿਉਂ ਲਿਖੀ ਹੈ? ਜਿਹੜੀ ਜਾਤ ਪਾਤ ਗੁਰਬਾਣੀ ਨਹੀਂ ਮੰਨਦੀ ਹੈ, ਉਹਨਾਂ ਨੂੰ ਪਤਾ ਸੀ ਇਸ ਗੱਲ ਦਾ, ਗੁਰੂਆਂ ਨੂੰ, ਕਿ ਵੀ ਉਹ ਦੂਰ ਅੰਦੇਸ਼ੀ ਮਤਲਬ 1000 ਸਾਲ ਤੋਂ ਉਹਨਾਂ ਨੂੰ ਇਹ ਪਤਾ ਸੀ ਵੀ ਆਉਣ ਵਾਲੇ ਟਾਈਮ ਦੇ ਅੰਦਰ ਬ੍ਰਾਹਮਣ ਚਲਾਕੀ ਕਰਨਗੇ। ਜਿਹੜੇ ਬੰਦੇ ਪਪੂਲਰ ਹੁੰਦੇ ਉਹਨਾਂ ਨੂੰ ਆਪਣਾ ਨਾਮ ਉਹਨੂੰ ਬ੍ਰਾਹਮਣ ਬਣਾ ਦਿੰਦੇ। ਉਹਨਾਂ ਨੂੰ ਇਸ ਗੱਲ ਦਾ ਸਾਰਾ ਨੌਲੇਜ ਸੀ। ਜੇ ਦੂਜੀ ਹੋਰ ਕਰਦੇ ਸਾਰੇ ਗੁਰੂ ਨੇ ਇਹਨਾਂ ਨੂੰ ਆਪਣੇ ਜੇ ਹੈ ਮਤਲਬ ਨੀਵੀਂ ਜਨਤਾ ਵਾਲਿਆਂ ਨੂੰ ਆਪਣੇ ਨਾਲ ਬਿਠਾਇਆ। ਬਹੁਤ ਸਾਰੇ ਬੰਦੇ ਕਰਦੇ ਇਹਨਾਂ ਨੂੰ ਇਹ ਗੱਲ ਕਹਿ ਕੇ ਗੁਰੂਆਂ ਦੀ ਮਾਨਤਾ ਨੂੰ ਵੀ ਅਸੀਂ ਮਤਲਬ ਸਮਝ ਨਹੀਂ ਪਾਏਗੀ। ਗੁਰੂ ਸਾਹਿਬ ਤਾਂ ਆਪ ਕਹਿੰਦੇ ਕਿ ਇੱਕ ਪਿਤਾ ਇੱਕ ਅਸਕੇ ਮਾਰੇ ਤੂੰ ਮੇਰੇ ਗੁਰੂ ਆਈ।
तो गुरु गोबिंद सिंह जी भी कहते हैं मानस की जात सब एक पहचान वो, और दूजी एक गल और भी कहते हैं वो कि भाई तख्त है तख्ते के लायक, जो जिसके लायक है उसे बैठ सकना। तो मिला के गल ये है कि जात पात सब तो बड़ी बुआरी है, सच ते ईमानदारी इनू खत्म कर सकती है। सच जिसके अंदर आएगी उसके अंदर हीन भावना भी खत्म, तो घमंड भी खत्म, जिन्हों जात पात घमंड है वो भी खत्म, इनू हीन भावना वो भी खत्म जी। Thank you. Thank you ji, thank you. I think we are run out of time, we don't have any more. Any suggestion, what would you like to discuss next week? Any ideas? ਇਸੇ ਤੇ ਹੀ ਕਰ ਲਓ, ਇਸੇ ਤੇ ਹੀ ਪੁੱਛ ਲਓ ਬਾਕੀਆਂ ਨੂੰ ਦਿੱਤਾ। Let's talk about next time ਕਿ ਜਿਹੜੇ ਬਾਕੀ ਦੇ ਭਗਤ ਨੇ ਉਹਨਾਂ ਨੇ ਕਿਵੇਂ ਹੈਂਡਲ ਕੀਤੀਆਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਦੇ। ਭਗਤ ਰਵਿਦਾਸ ਜੀ ਨੇ ਕੀਤੀਆਂ ਨੇ, ਇਵੇਂ ਕਬੀਰ ਜੀ, ਨਾਮਦੇਵ ਜੀ, ਉਹਨਾਂ ਨੇ ਜਿਹੜੇ ਜਾਤ ਪਾਤ ਦੇ ਮਸਲੇ ਨੇ ਜਾਂ ਜਿਹੜੇ ਹੋਰ ਭਗਤ ਨੇ ਜਿਹੜੇ ਆਏ ਨੇ ਉਹਨਾਂ ਨੇ ਕੀਤਾ, ਉਹ how did they handle, ਤੇ ਉਹਨਾਂ ਦੀ ਜੀਵਨ ਤੇ ਸਾਨੂੰ ਕੀ ਸਬਕ ਮਿਲਦਾ ਕਿ ਵੀ ਅਸੀਂ ਇੰਪਰੂਵ ਕਰ ਸਕੇ ਸੋਸਾਇਟੀ ਦਾ ਜਿਹੜਾ ਲੈਵਲ ਆ। ਨਹੀਂ ਤਾਂ ਜਿਹੜੇ ਸਾਡੇ ਸਮਾਗਮ ਕੀਤੇ ਹੋਏ ਨੇ ਜਾਂ ਹੋਰ ਆ ਜਿਹੜੇ ਚੀਜ਼ਾਂ ਇਹ ਤਾਂ ਫਜ਼ੂਲ ਨੇ, ਕਿਉਂਕਿ ਸਾਡੀ ਜ਼ਿੰਦਗੀ ਨੂੰ ਕੋਈ ਟਰਾਂਸਫਰਮੇਸ਼ਨ ਨਾ ਦਿੱਤੀ ਫਿਰ ਤਾਂ ਇਹ ਫਿਰ ਨੋ ਵੰਡਰ ਕਿ ਵੀ ਲੋਕ ਜਿਹੜੇ ਸਿੱਖ ਧਰਮ ਛੱਡ ਕੇ ਹੋਰ ਧਰਮ ਦੇ ਚਲੇ ਜਾਣਗੇ ਜਾਂ ਹੋਰ ਧਰਮ ਦੇ ਬੰਦੇ ਕਿਉਂ ਸਿੱਖੀ ਜਾਏ। ਕੋਈ ਕਾਰਨ ਨਹੀਂ ਸੀ ਨਾ ਇਹਨਾਂ ਚੀਜ਼ਾਂ ਦੇ। ਜੇ ਤੁਹਾਡਾ ਜਿਹੜਾ ਬਲੀਫ ਸਿਸਟਮ ਆ, ਤੁਹਾਡਾ ਜਿਹੜਾ ਰਹਿਣ ਬਹਿਣ ਦਾ ਢੰਗ ਹੈ, ਜੇ ਤੁਹਾਨੂੰ ਉਹ ਸਵੈ ਮਾਨਤਾ ਨਹੀਂ ਦਿੰਦਾ, ਜੇ ਤੁਹਾਡੇ ਵਿੱਚ ਉਹ ਕਰੇ ਨਹੀਂ ਪੈਦਾ ਕਰਦਾ ਜੋ ਸਾਡੇ ਪੰਜਾਂ ਪਿਆਰਿਆਂ ਦੇ ਗੁਣ ਨੇ, ਦਇਆ, ਧਰਮ, ਹਿੰਮਤ, ਮੁਕਮਤਾ ਤੇ ਫਿਰ ਸਾਹਿਬ ਬਣਦਾ ਬੰਦਾ। ਜਦੋਂ ਦੋ ਗੁਣ ਧਾਰਨ ਹੁੰਦੇ ਨੇ ਕੋਈ ਨਹੀਂ ਸਾਡੇ ਜੀਵਨ ਦੇ ਵਿੱਚ ਆਉਂਦੇ, ਤੇ ਫਿਰ ਸਾਡੀ ਪਰਸਨੈਲਿਟੀ ਕਿਵੇਂ ਸ਼ੇਪ ਹੋ ਸਕਦੀ ਹੈ ਨਾ? ਫਿਰ ਕਿੱਥੋਂ ਹੋ ਸਕਦਾ ਹੈ ਜਿਹੜੇ ਅਸੀਂ ਕਹਿੰਦੇ ਆ ਉੱਡ ਕੇ ਕਹਿੰਦੇ ਆ ਦੇਖੋ ਜੀ ਮਹਾਰਾਜ ਨੇ ਕਿਹਾ 1.25 ਲੱਖ ਸੇ 1 ਲਾਉਂ ਤभी ਗੋਬਿੰਦ ਸਿੰਘ ਨਾਮ ਕਹਾਉਂ। ਉਹ 1.25 ਲੱਖ ਕੋਈ ਉਸ ਤਰ੍ਹਾਂ ਥੋੜਾ ਕਿਰਪਾਨ ਕੱਢ ਲਈ ਤੇ ਉਹ 1.25 ਲੱਖ ਦੇ ਬਰਾਬਰ ਹੋ ਗਏ। ਉਹ ਇਹ ਜਿਹੜੇ ਗੁਣ ਧਾਰਨ ਕਰਨ ਦੇ ਨਾਲ ਜਿਹੜੀ ਸ਼ਕਤੀ ਪੈਦਾ ਹੁੰਦੀ ਹੈ, ਉਹ ਜਿਹੜੀ ਮਹਾਰਾਜ ਦੀ ਮਿਹਰ, ਉਹਦੀ ਨਜ਼ਰ ਦੇ ਨਾਲ ਸਾਰਾ ਕੁਛ ਹੁੰਦਾ। ਪਰ ਉਹਦੀ ਨਜ਼ਰ ਦੇ ਵੀ ਪਾਤਰ ਬਣਨ ਦੇ ਲਈ ਪਹਿਲਾਂ ਤਾਂ ਸਾਨੂੰ ਆਪ ਚੱਲਣਾ ਪੈਣਾ ਨਾ। ਅਸੀਂ ਆਪਣੇ ਆਪ ਨੂੰ ਵਿਚਾਰ ਕਰਕੇ ਆਪਣੇ ਜੀਵਨ ਦੇ ਵਿੱਚ ਚੇਂਜਸ ਲੈਣ ਦੀ ਕੋਸ਼ਿਸ਼ ਕਰੀਏ, ਤੇ ਨਾਲੇ ਉਹਨਾਂ ਦੇ ਕਰੀਏ ਜਿਹੜੇ ਸਾਡੇ ਪ੍ਰੋਗਰਾਮ ਨੇ, ਜਿਹੜੇ ਸਾਡੇ ਸਕੂਲ ਨੇ, ਗੁਰਦੁਆਰਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿਹੜੀਆਂ ਉਹਨਾਂ ਚੀਜ਼ਾਂ ਦੇ ਵਿਚਾਰ ਕਰਕੇ ਅੱਗੇ ਹੋਣ ਦੀ ਕੋਸ਼ਿਸ਼ ਕਰੀਏ। ਚੰਗਾ ਜੀ, ਅਗੇਨ ਥੈਂਕ ਯੂ ਫॉर एवरीवन, especially Dr. Principal Pushpinder Kaur for you being the first meeting. We'll look forward to see you again next week, same time. ਸਾਰਿਆਂ ਦਾ ਬਹੁਤ ਬਹੁਤ ਧੰਨਵਾਦ for your valuable views. Together we can make a difference. You know, ਕਦਰੇ ਕਦਰੇ ਨਾਲ ਸਮੁੰਦਰ ਬਣ ਜਾਂਦਾ ਹੈ। ਸੋ ਦੇ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। Thank you.